ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲਿਓ, ਜੋ ਘਰਾਂ ਦੇ ਕੰਮਕਾਰ ਤਿਆਗ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ ਜੁੜਿਓ। ਔਰ ਸਵੇਰ ਤੋਂ ਹੁਣ ਤੱਕ ਆਪ ਜੀ ਨੇ ਗੁਰੂ ਚਰਨਾਂ ਵਿੱਚ ਸੱਜ ਕਰਕੇ ਜਿੱਥੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ, ਸਮੁੱਚੇ 12 ਮਾਹਾਂ ਦਾ ਪਾਠ ਸਰਵਣ ਕੀਤਾ। ਜਿੰਨਾ ਸਮਾਂ ਵੀ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਾਡਾ ਬਤੀਤ ਹੋਇਆ, ਇਹ ਜਾਣਨਾ ਕਰੀਏ ਸਾਡੇ ਜੀਵਨ ਦਾ ਇਹ ਕਾਲ, ਇਹ ਸਮਾਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਦਰ ਵਿੱਚ ਪ੍ਰਵਾਨ ਹੋਇਆ। ਔਰ ਇਹਨਾਂ ਘੜੀਆਂ ਦਾ ਮੁੱਲ ਤਦੋਂ ਜੀਵ ਆਤਮਾ ਨੂੰ ਪਤਾ ਲੱਗਣਾ ਹੈ ਜਦੋਂ ਇਸ ਲੋਕ ਤੋਂ ਇਸ ਸਰੀਰ ਨੂੰ ਤਿਆਗ ਕਰਕੇ ਆਤਮਾ ਨੇ ਪਰਮਾਤਮਾ ਦੇ ਦਰਬਾਰ ਵਿੱਚ ਪੁੱਜਣਾ। ਭਾਈ ਗੁਰਦਾਸ ਜੀ ਨੇ ਪ੍ਰੋੜਤਾ ਕੀਤੀ ਹੈ, ਪਹਿਲਾਂ ਉਦਾਹਰਨਾਂ ਦਿੱਤੀਆਂ ਕਿ ਜਿਸ ਤਰ੍ਹਾਂ ਹੀਰੇ ਦੀ ਕੀਮਤ ਦਾ ਪਤਾ ਜੌਹਰੀ ਦੀ ਦੁਕਾਨ ਉੱਤੇ ਜਾ ਕੇ ਪਤਾ ਲੱਗਦਾ ਹੈ, ਬੈਂਕ ਡਰਾਫਟ ਦੀ ਕੀਮਤ ਦਾ ਪਤਾ ਬੈਂਕ ਵਿੱਚ ਜਾ ਕੇ ਲੱਗਦਾ ਹੈ। ਔਰ ਇਸੇ ਪ੍ਰਕਾਰ ਜਦੋਂ ਜੀਵ ਆਤਮਾ ਜਿਹੜੀ ਹੈ, ਜਦੋਂ ਬੋਹੜ ਦਾ ਬੀਜ ਇੱਕ ਛੋਟਾ ਹੁੰਦਾ ਹੈ, ਜਦੋਂ ਉਹਨੂੰ ਧਰਤੀ ਵਿੱਚ ਬੀਜਿਆ ਜਾਂਦਾ, ਫਿਰ ਪਤਾ ਲੱਗਦਾ ਹੈ ਛੋਟੇ ਜਿਹੇ ਬੀਜ ਦੇ ਵਿੱਚ ਕਿੱਡਾ ਵੱਡਾ ਬੋਹੜ ਦਾ ਦਰਖਤ ਲੁਕਿਆ ਹੋਇਆ ਸੀ। ਇਸੇ ਪ੍ਰਕਾਰ ਜੋ ਆਪਾਂ ਸੰਗਤ ਰੂਪ ਵਿੱਚ ਘੜੀਆਂ ਬਤੀਤ ਕੀਤੀਆਂ, ਪਰਮੇਸ਼ਰ ਦਾ ਨਾਮ ਜਪਿਆ, ਗੁਰੂ ਕੀ ਬਾਣੀ ਨੂੰ ਪੜ੍ਹਿਆ ਅਤੇ ਸੁਣਿਆ, ਇਹਨਾਂ ਘੜੀਆਂ ਦਾ ਮੁੱਲ ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਜਦੋਂ ਪੈਂਦਾ ਫਿਰ ਮਨੁੱਖ ਹੈਰਾਨ ਹੁੰਦਾ। ਭਾਈ ਸਾਹਿਬ ਜੀ ਦਾ ਫਰਮਾਨ ਹੈ, ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ, ਜੈਸੇ ਬਾਰ ਬਾਂਧੇ ਹੁੰਦੀ ਲਗਤ ਨ ਕਛੂ ਭਾਰ, ਆਗੇ ਜਾਏ ਪਾਈਅਤ ਲక్ష్ਮੀ ਅਪਾਰ ਜੀ, ਜੈਸੇ ਬੜ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਵਿਵਦ ਕਰੇ ਬਿਰਖਾ ਵਿਸਤਾਰ ਜੀ। ਅਖੀਰ ਵਿੱਚ ਇਹ ਉਦਾਹਰਨਾਂ ਦੇਣ ਤੋਂ ਉਪਰੰਤ ਸਤਸੰਗਤ ਦਾ, ਗੁਰੂ ਕੀ ਬਾਣੀ ਦਾ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਜਪੇ ਹੋਏ ਨਾਮ ਦਾ ਮਹਾਤਮ ਦੱਸਿਆ। ਤੈਸੇ ਗੁਰਬਚਨ ਸਚਨ ਗੁਰ ਸਿੱਖਨ ਮੈਂ, ਜਾਨੀਏ ਮਹਾਤਮ ਗਏ ਹੀ ਹਰਿਦੁਆਰ ਜੀ। ਜਦੋਂ ਜੀਵ ਆਤਮਾ ਪਰਮੇਸ਼ਰੀ ਦਰਗਾਹ ਵਿੱਚ ਜਾਂਦੀ ਹੈ, ਫਿਰ ਪਤਾ ਲੱਗਦਾ ਹੈ ਕਿ ਇਹਨਾਂ ਘੜੀਆਂ ਦਾ ਕਿੰਨਾ ਵੱਡਾ ਮੁੱਲ ਪੈਂਦਾ। ਤਾਂ ਤੇ ਅੱਜ ਜਿੱਥੇ ਸੰਗਰਾਂਦ ਦਾ ਦਿਹਾੜਾ ਹੈ, ਉੱਥੇ ਗੁਰਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਭਾਦਰੋਂ ਸੁਦੀ ਏਕਮ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਆਦਿ ਬੀੜ ਦਾ ਪ੍ਰਕਾਸ਼ ਕੀਤਾ ਸੀ, ਉਸ ਨੂੰ ਵੀ ਮਨਾਇਆ ਜਾਂਦਾ ਹੈ। ਕੱਲ੍ਹ ਜੋ 16 ਤਰੀਕ ਸੀ। ਔਰ ਤੀਸਰਾ ਵਿਸ਼ੇਸ਼ ਸਮਾਗਮ, ਜਿਸ ਅਸਥਾਨ ਦੇ ਉੱਤੇ ਆਪ ਜੀ ਸਜੇ ਹੋਏ ਹੋ, ਸ਼ਾਇਦ ਉਹ ਆਪ ਜੀ ਦੀ ਸਿਮਰਤੀ ਵਿੱਚ ਉਹੋ ਜਿਹਾ ਅਸਥਾਨ ਨਾ ਹੋਵੇ ਜਿਹੋ ਜਿਹਾ ਹੁਣ ਤੁਸੀਂ ਵੇਖ ਰਹੇ ਹੋ। ਔਰ ਜਿਸ ਸਮੇਂ ਦੀ ਮੈਂ ਗੱਲ ਕਰਨ ਲੱਗਾ, ਜਦੋਂ ਮਹਾਂਪੁਰਖ ਇਸ ਅਸਥਾਨ ਦੇ ਉੱਤੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਆਏ ਸਨ, ਇੱਥੇ 8-10 ਪਿੱਪਲ ਅਤੇ ਬੋਹੜਾਂ ਸਨ। ਜਿੰਨਾ ਉੱਚਾ ਥਾਂ ਤੁਸੀਂ ਦੇਖਦੇ ਹੋ, ਇੱਕ ਕਿਸਮ ਦਾ ਇੱਕ ਦਰੱਖਤਾਂ ਦੀ, ਬੋਹੜਾਂ ਪਿੱਪਲਾਂ ਦੀ ਇੱਕ ਛਤਰੀ ਬਣੀ ਹੋਈ ਸੀ। ਔਰ ਹੇਠਾਂ ਕੋਈ ਜਗ੍ਹਾ ਐਸੀ ਨਹੀਂ ਸੀ ਜਿੱਥੇ ਸੂਰਜ ਦੀ ਕਿਰਨ ਪੈਂਦੀ ਹੋਵੇ। ਔਰ ਬੋਹੜਾਂ ਅਤੇ ਪਿੱਪਲਾਂ ਉਹਦੇ ਉੱਤੇ ਚਮਗਿੱਦੜ ਰਾਤ ਨੂੰ ਉੱਲੂ ਰਹਿੰਦੇ ਸਨ। ਹੇਠਾਂ ਪੱਤੇ ਡਿੱਗੇ ਹੋਏ ਹੁੰਦੇ ਸਨ ਅਤੇ ਹਾਂ 2-2 ਫੁੱਟ ਦੀਆਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਦੇ ਵਿੱਚ ਸਲਾਬੇ ਦੇ ਨਾਲ, ਜਿਨ੍ਹਾਂ ਨੂੰ ਆਪਾਂ ਪਰਸੇ ਕਹਿੰਦੇ ਹਾਂ, ਇੱਕ ਪ੍ਰਜਾਤੀ ਆ, ਔਰ ਪਸੀਨੇ ਦੇ ਨਾਲ ਪੈਦਾ ਹੁੰਦੇ ਆ, ਕੰਨ ਖਜੂਰੇ, ਠੂਹੇ ਇਤਾਦਿਕ। ਅਤੇ ਇਹ ਜਿਹੜਾ ਸਥਾਨ ਜਿਹੜਾ ਸੀ, ਇਹ ਇੱਕ ਸੱਪਾਂ ਦਾ ਘਰ ਸੀ। ਕਿਉਂ ਸੱਪਾਂ ਦਾ ਘਰ ਸੀ? ਕਿਉਂਕਿ ਉੱਚਾ ਥਾਂ ਸੀ। ਹਰ ਜਦੋਂ ਤੁਸੀਂ ਬਾਹਰ ਨਿਗਾਹ ਮਾਰੋਗੇ
ਉਹਨਾਂ ਜਗ੍ਹਾ ਨਾਲੋਂ ਕਿਸੇ ਪਾਸੇ ਤੋਂ 12 ਫੁੱਟ ਉੱਚਾ ਹੈ ਔਰ ਦੱਖਣ ਵਾਲੇ ਪਾਸੇ ਤੋਂ 14-15 ਫੁੱਟ ਉੱਚਾ ਹੈ। ਹਰ ਪਾਸੇ ਤੋਂ ਤਕਰੀਬਨ ਜੇ ਮਾਧਿਅਮ ਕੱਢੀਏ ਤਾਂ 11 ਫੁੱਟ ਉਚਾਈ ਦਾ ਇਹ ਸਥਾਨ ਸੀ। ਪੁਰਾਣੇ ਸਮੇਂ ਵਿੱਚ ਹੜ੍ਹ ਆਉਂਦੇ ਸਨ, ਸੱਪਾਂ ਦੀਆਂ ਖੁੱਡਾਂ ਵਿੱਚ ਜਦੋਂ ਪਾਣੀ ਭਰ ਜਾਣਾ, ਉਹਨਾਂ ਨੇ ਆਪਣੀ ਜਾਨ ਬਚਾਉਣ ਵਾਸਤੇ ਉੱਚੇ ਥਾਂ ਉੱਤੇ ਆ ਕੇ ਖੁੱਡਾਂ ਵਿੱਚ ਸ਼ੈਲਟਰ ਲੈਂਦੇ ਸਨ, ਪਨਾਹ ਲੈਂਦੇ ਸਨ। ਬੜੇ ਬੜੇ ਪੁਰਾਣੇ ਨਾਗ ਫਨੀਅਰ ਇੱਥੇ ਰਹਿੰਦੇ ਹੁੰਦੇ ਸਨ। ਔਰ ਮਹਾਂਪੁਰਖਾਂ ਨੇ ਇਸ ਉਜੜੇ ਹੋਏ ਅਸਥਾਨ ਦੇ ਉੱਤੇ, ਜੋ ਕਿਸੇ ਸਮੇਂ ਪਹਿਲਾਂ ਇਹ ਰਾਮਪੁਰ ਨਾਂ ਜਿਹੜਾ ਇਹ ਬੇਚਰਾਗ ਪਿੰਡ ਹੈ, ਕੋਈ ਇੱਥੇ ਇਸ ਰਾਮਪੁਰ ਨਾਂ ਦਾ ਪਿੰਡ ਨਹੀਂ ਗਾ। ਕੋਈ 2000 ਸਾਲ ਪਹਿਲਾਂ ਇੱਥੇ ਇੱਕ ਬਸਤਾ ਪਿੰਡ ਸੀ। ਸਮੇਂ ਦੇ ਗਰਦਸ਼ ਦੇ ਨਾਲ ਇਹ ਉਜੜ ਗਿਆ, ਕੁਛ ਗਰਕ ਗਿਆ। ਇਸ ਥਾਂ ਦੇ ਲੋਕ ਜਿਹੜੇ ਸਨ, ਕੁਛ ਇਤਿਹਾਸ ਵਿੱਚ ਆਉਂਦਾ, ਜੋ ਮੈਂ ਲੰਬੀ ਗੱਲ ਨਾ ਕਰਾਂ, ਪੁਰਾਤੱਤਵ ਇਤਿਹਾਸ ਵੀ ਜੋ ਸੇਖ ਕਨਿਹਾ ਵਿੱਚ ਲਿਖਿਆ ਉਹਦੇ ਵਿੱਚ ਵੀ, ਔਰ ਮੇਜਰ ਬਖਸ਼ੀਸ਼ ਸਿੰਘ ਡਾਕਟਰ ਆਰਕਾਈਵ ਨੇ ਲਿਖਣਾ ਕੀਤਾ ਔਰ ਦਾਸ ਨੇ ਆਪ ਅੱਖਾਂ ਦੇ ਨਾਲ ਦੇਖਿਆ। ਹੁਣ ਵੀ ਜਦੋਂ ਖੁਦਾਈ ਕਰਦੇ ਹਾਂ, ਹੇਠਾਂ ਬੰਦਿਆਂ ਦੇ ਪਿੰਜਰ ਨਿਕਲਦੇ ਆ, ਪੁਰਾਣੇ ਭਾਂਡੇ ਨਿਕਲਦੇ ਆ। ਇੱਕ ਥੇ ਸੀ ਤਾਂ ਤੇ ਇਸ ਦਾ ਕੋਈ ਬੇਲੀ ਵਾਰਸ ਨਹੀਂ ਸੀ, ਔਰ ਜਿਹਦਾ ਚਿੱਤ ਆਉਂਦਾ ਸੀ ਇਹ ਆਲੇ ਦੁਆਲੇ, ਜਿੱਥੇ ਹੁਣ ਤਾਂ ਆਪਾਂ ਫਸਲਾਂ ਦੇਖਦੇ ਹਾਂ, ਇੱਥੇ ਕਾਨੇ ਬੂਝੇ ਅਤੇ ਕਾਈਆਂ ਇਤਾਦਿਕ ਲੜੇ ਹੁੰਦੇ ਸਨ, ਜਿਹਦੇ ਵਿੱਚ ਜੰਗਲੀ ਜਾਨਵਰ, ਸੂਰ ਇਤਾਦਿਕ ਪਾੜੇ ਆਮ ਰਹਿੰਦੇ ਹੁੰਦੇ ਸਨ। ਨਾਲ ਹੀ ਆ ਸੜਕ ਤੋਂ ਉੱਪਰ ਜੋ ਰੱਖ ਜਿਹਨੂੰ ਕਿਹਾ ਜਾਂਦਾ ਸੀ, ਗੌਰਮੈਂਟ ਵੱਲੋਂ ਉਹਦੇ ਵਿੱਚੋਂ ਕੋਈ ਦਰੱਖਤ ਨਹੀਂ ਸੀ ਵੱਢ ਸਕਦਾ। 144 ਦਫਾ ਸੀ ਲੱਗੀ ਹੋਈ, ਕੇਵਲ ਕਾਹੀ ਕਾਨੇ ਉਹਦੇ ਵਿੱਚੋਂ ਵੱਢੇ ਜਾ ਸਕਦੇ ਸਨ। ਔਰ ਇੱਕ ਜੰਗਲੀ ਇਲਾਕਾ ਸੀ, ਖਾਸ ਕਰਕੇ ਇਹ ਥਾਂ ਉਜੜਿਆ ਹੋਇਆ ਹੋਣ ਕਰਕੇ ਇਸ ਉੱਤੇ ਦਿਨੇ ਵੀ ਕੋਈ ਪੈਰ ਰੱਖਣ ਤੋਂ ਗੁਰੇਜ਼ ਕਰਦਾ ਸੀ। ਜਿੱਥੋਂ ਦੀ ਸੜਕ ਹੁਣ ਬਣੀ ਹੋਈ ਆ, ਇਸ ਤੋਂ ਤਕਰੀਬਨ 100 ਕੁ ਗਜ ਦੇ ਉਰੇ ਇੱਕ 2 ਕਰਮ ਦਾ ਰਸਤਾ ਜਾਂਦਾ ਹੁੰਦਾ ਸੀ, ਔਰ ਇਸ ਰਸਤੇ ਕੋਈ ਨਹੀਂ ਲੰਘਦਾ ਸੀ। ਪਿਛਲਾ ਚੋ ਜੋ ਤਲਵੰਡੀ ਵਾਲੇ ਪਾਸੇ ਆ, ਉੱਥੋਂ ਦੂਰ ਦੀ ਉੱਪਰ ਦੀ ਹੋ ਕਰਕੇ ਲਹਿੰਦੇ ਪਾਸੋਂ ਤੋਂ ਅਤੇ ਫਿਰ ਜਾ ਕੇ ਇੱਧਰ ਕਾਫੀ ਦੂਰ ਜਾ ਕੇ ਰਲਦੀ ਸੀ ਇੱਕ ਡੰਡੀ। ਇਹ ਇੱਥੋਂ ਦੀ ਬੜਾ ਭਿਆਨਕ ਜਿਹਾ ਸੀ। ਔਰ ਦੂਸਰਾ, ਜੇ ਦਾ ਮੈਂ ਇਤਿਹਾਸ ਦੱਸਾਂ ਤਾਂ ਲੰਬਾ ਪੈ ਜਾਣਾ। 1948 ਦੇ ਵਿੱਚ ਮਹਾਂਪੁਰਖਾਂ ਨੇ ਇੱਥੇ ਆ ਕੇ, ਜਿੱਥੇ ਸ਼ਾਇਦ ਜਿੱਥੇ ਆਪ ਜੀ ਬੈਠੇ ਹੋ, ਜਿੱਧਰ ਨੂੰ ਮੈਂ ਹੱਥ ਕਰ ਰਿਹਾ, ਇੱਧਰ ਇੱਕ 58 ਥਾਂ ਬਣਿਆ ਹੋਇਆ। ਇੱਥੇ ਉਹਨਾਂ ਨੇ ਇੱਕ ਕੁੱਲੀ ਬਣਾਈ ਸੀ, ਜਿਹਦੇ ਵਿੱਚ ਇੱਕ ਮੰਜਾ ਆਉਂਦਾ ਸੀ। ਉਹ ਮੰਜਾ ਅਜੇ ਤੱਕ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਸੰਭਾਲ ਕੇ ਰੱਖਿਆ ਹੋਇਆ। ਉੱਪਰ ਜਿੱਥੇ ਮਹਾਂਪੁਰਖਾਂ ਨੇ ਬਾਅਦ ਵਿੱਚ ਛੰਨ ਬਣਾਈ ਸੀ, ਔਰ ਉਹ ਤਕਰੀਬਨ 60-62 ਸਾਲ ਪੁਰਾਣਾ ਮੰਜਾ ਆ, ਉਹਨਾਂ ਦੀ ਯਾਦ ਵਿੱਚ ਰੱਖਿਆ ਹੋਇਆ। ਔਰ ਉਸ ਵੇਲੇ ਦੀ ਪ੍ਰਾਪਰਟੀ ਇੱਥੇ ਕੀ ਸੀ, ਇੱਕ ਕੱਖਾਂ ਦੀ ਕੁੱਲੀ ਸੀ ਜੋ ਉਹਨਾਂ ਨੇ ਆਪਣੇ ਰਾਤ ਨੂੰ ਰਿਹਾਇਸ਼ ਵਾਸਤੇ ਬਣਾਈ। ਇੱਕ ਬਾਲਟੀ ਹੁੰਦੀ ਸੀ, ਇੱਕ ਲਾਲਟਨ ਸੀ, ਔਰ ਇੱਕ ਚਾਟੀ ਸੀ। ਇੱਕ ਉਹਦੇ ਉੱਤੇ ਬਰਣੀ, ਪੁਰਾਣੇ ਬਜ਼ੁਰਗ ਤਾਂ ਜੰਮਦੇ ਆ ਕਿ ਚਾਟੀ ਨਾਲੋਂ ਛੋਟੀ ਹੁੰਦੀ ਆ। ਇੱਕ ਉੱਤੇ ਕੁੱਜਾ ਹੁੰਦਾ ਸੀ, ਇੱਕ ਛੰਨਾ ਹੁੰਦਾ ਸੀ, ਇੱਕ ਗਲਾਸ ਹੁੰਦਾ ਸੀ। ਔਰ ਇਹ ਇਸ ਥਾਂ ਦੀ ਪ੍ਰਾਪਰਟੀ ਹੁੰਦੀ ਸੀ। ਔਰ ਇੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ। ਚੜ੍ਹਦੇ ਪਾਸੇ ਉੱਥੇ ਖੂਹ ਹੁੰਦਾ ਸੀ। ਮਹਾਂਪੁਰਖਾਂ ਨੇ ਉੱਥੇ ਤੜਕੇ 2 ਵਜੇ ਜਾਣਾ, ਇਸ਼ਨਾਨ ਕਰਕੇ ਅਤੇ ਆਪ ਹੀ ਗੇੜ ਕੇ, ਔਰ ਉੱਥੋਂ ਇੱਕ ਬਾਲਟੀ ਭਰ ਕੇ ਲੈ ਕੇ ਆਉਣਾ, ਉਹਦੇ ਨਾਲ ਸਾਰੀ ਦਿਹਾੜੀ ਗੁਜ਼ਾਰਾ ਕਰਨਾ। ਇਸ ਪ੍ਰਕਾਰ ਪਾਣੀ ਦੀ ਅਣਹੋਂਦ ਇੱਥੇ ਹੁੰਦੀ ਸੀ, ਕੋਈ ਪਾਣੀ ਦਾ ਸਾਧਨ ਨਹੀਂ ਸੀ ਹੁੰਦਾ। ਔਰ ਕਈ ਵਾਰੀ ਉਸ ਸਮੇਂ ਦੇ ਵੱਲ ਵਿਚਾਰ ਕਰਦੇ ਹਾਂ
क्योंकि मैं तो महापुरखों के नाल मुढ़ तो तकरीबन 6 साल तो नाल रहा। कई बारी मन विच द्रवण भी आ जाता है। बाबा जी उत्थों एक डंडी सी चढ़दे पासे, उत्थों दी जांदे हुंदे सन ते उस मनुख ने कहना कीता कि तू साडी कणक मिणदा, तू करके कहना कीता कि तू साडी कणक मिणदा, जे पानी लैना हुंदा ते बन्ने बन्ने उत्ते जाया कर। और बाबा जी बड़े भरे हुए मन दे नाल कहंदे सन, कहंदे देखो परमात्मा ने जे बरकत पाउणी आ ते एक किले दे विच ही बरकत पा देणगे, ते एक सियाल विच दी जे मैं लंघ दियां दा की आ। पर जदों उसने ये गल कहना कीती कि साडे खेत विच दी डंडी पा के नहीं लंघना, कहंदे दिने बन्ना जिहड़ा सीगा आ चढ़दे पासे उहनूं एक साफ जिहा कीता कही दे नाल, उस एक हत्थ विच डांग लैनी, सोटा लैना तां जो पैर फिसल ना जावे। जिन्ना समा भी इत्थे पानी का प्रबंध नहीं रहा, उन्ना चिर डंडे के सहारे बाल्टी लैके उत्थे जाना, उत्थे इशनान करना ते बाल्टी भर के उत्थों दी लियाउणा, उहदे खेत विच मुड़ के पैर नहीं पाउणा कीता। पर मैं उहदा हशर भी दस देवां, उसने तां इन्नी गल कीती है, पर इस संसार तो उहदी आउण तो इस संसार तो तुर गया। कोई उहदा बेली वारस नहीं बनिया, तां ते वो जमीन भी मुड़ के इस स्थान नूं ही देनी पई जिथे हुण इधरले पासे लंगर बने आ, पिछले पासे इधर बणियां बिल्डिंगां वां। कहण तो भाव ये आपां नूं थोड़ी खुल दिली उन्हां दे जीवन तो सिक्ख्या लैनी चाहिदी है, खुल दिली रखनी चाहिदी है। तां ते इसे प्रकार हुण भी मैं कई बार उन्हां दे परिवार नूं बेनती कीती, मैं कहा जो तुसीं पैसे लैणे आ लै लो, भ्योखू एक महापुरखों की निशानी है, उसनूं आपां सांभ लईए। जे आपां कल नूं पूर दिता और हुण तां वो ढट्ठी हालत विच है, पे उन्हां दी यादगार रहेगी भी इस स्थान दे उत्ते वो इशनान करते रहे आ। आपां उहदी मुरम्मत करा के उन्हां दी यादगार बना देवांगे। यादगार की भाव एक महापुरखों दीयां यादां हुंदियां जिन्हां नूं देख करके जिन्हां ने कमाई कीती हुंदी आ, कमाई करन वाला याद आउंदा है। पर उन्होंने कई बारी बेनती करन नूं ठकराउणा कीता, पर देखो समय दे नाल वो भी इत्थों हुण आप जी नूं दसना पैंदा भी कित्थे वो खूह सी, सामे आपां देख सकते हैं। उस तो बाद फिर जदों एक बारी झक्खड़ आया, मेरा बेग होर पासे नूं चल पिया, खिमा करना, ते वो छन जिहड़ी सी छन दे क्योंकि छन चो पैंदी सी, जां एक बार झक्खड़ आया छन उड़ गई और मैनू कहन लगे ना लैके सेवा सिंह ये छन मुड़ के फिर दोबारा बनाउणी पैनी है, इन्ना समा साडे भजन विच भी विघन पैना है। चलो गुरु नूं जिवें भावे। मुड़ के दोबारा फिर कुल्ली बनाई जिवें आपां अंबां दी राखी करन वास्ते आम बनाई दी है। उस तो बाद फिर कुछ पैसे तकरीबन थोड़े जे प्रेमियों ने दिते। फिर जिहड़ी गुफा है हुण आप जी देखते रहो 8 बाई 8 दी एक गारे दे नाल इटां दी कंध कढ़ के उहदे उत्ते लेंटर पा के ते फिर वो पक्की एक गुफा बना दी गई। और उहदे विच ही महापुरखों ने 40 दिन बिना अन्न जल तो जदों वो श्री सुखमनी साहिब जी का पाठ कर रहे सन, पंक्तियां आईयां, मृतक को जीवालनहार भूखे को देवत आधार। मैनू शाम नूं सद्दिया, कहन लगे इत्थे आके मेरा मन रुक गया। मैं क्या किहड़ी पंक्ति बाबा जी? और कहन लगे आ पंक्तियां जिहड़ियां, क्योंकि हर पंक्ति जिहड़ी है ये गुरु महाराज जी ने अटल सच्चाई त्रै काल लिखना कीती है। मरे तो बाद कोई जींदा हुंदा कि नहीं हुंदा उन्होंने तो आप साबित नहीं कर सकते, पर यह देख सकते हैं कि नाम ते गुरु की बाणी भुखे नूं आधार दिंदी है जां नहीं। मैं चुप कर रहा, मैं क्योंकि मैं अजे तक तकरीबन 7वीं च पढ़दा सी और मैनू नाल ही कहन लगे कि मैं हुण मन बनाया कल तो लैके ना मैं इस गुफा विच बैठ जाना और परमात्मा का भजन करना, सिमरन करना,
शाम ਨੂੰ ਨਾ ਮੈਂ ਕਿਸੇ ਦੇ ਰਾਤ ਨੂੰ ਨਿਕਲਿਆ ਕਰਾਂਗਾ ਔਰ ਥੋੜ੍ਹਾ ਜਿਹਾ ਬਾਹਰ ਤੁਰ ਫਿਰ ਕਰਕੇ ਮੁੜ ਕੇ ਫਿਰ ਦੁਬਾਰਾ 24 ਘੰਟੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਨਾ ਹੈ। ਨਾ ਮੈਂ ਕੁਛ ਖਾਣਾ ਅਤੇ ਨਾ ਮੈਂ ਕੁਛ ਪੀਣਾ। ਇਸ਼ਨਾਨ ਮੈਂ ਖੂਹ ਉੱਤੇ ਅੱਧੀ ਰਾਤ ਨੂੰ ਘਰੇ ਆਉਣਾ ਕਰਨਾ ਅਤੇ ਲਾਗੇ ਆ ਖੂਹ ਵਾਲਿਆਂ ਦਾ ਡੇਰਾ ਸੀ। ਉੱਥੇ ਜਾ ਕੇ ਇੱਕ ਪ੍ਰੇਮੀ ਸੁਰਜੀਤ ਸਿੰਘ ਸੀ, ਕਹਿਣ ਲੱਗੇ ਉਹਨੂੰ ਕਹਿਓ ਵੀ 4 ਕੁ ਦਿਨ ਉੱਪਰ ਦੀ ਰੋਸ਼ਨਦਾਨ ਸਨ, ਅਜੇ ਵੀ ਉਹ ਓਰੀਜਨਲ ਰੋਸ਼ਨਦਾਨ ਲੱਗੇ ਹੋਏ ਆ ਵੀ ਜੇ ਮੇਰਾ ਸਰੀਰ ਛੁੱਟ ਗਿਆ, ਕਿਉਂਕਿ ਨਾ ਮੈਂ ਪਾਣੀ ਪੀਣਾ ਨਾ ਮੈਂ ਅੰਨ ਖਾਣਾ, ਜੇ ਸਰੀਰ ਛੁੱਟ ਗਿਆ ਤਾਂ ਦਾਹ ਸੰਸਕਾਰ ਕਰ ਦੇਣ, ਜੇ ਠੀਕ ਰਿਹਾ ਤਾਂ ਫਿਰ ਚਿੰਤਾ ਕਰਨ ਦੀ ਲੋੜ ਨਹੀਂ। 40 ਦਿਨ ਤੋਂ ਬਾਅਦ ਜਦੋਂ ਉਹਨਾਂ ਨੇ ਬਾਹਰ ਨਿਕਲੇ, ਮੈਂ ਵੀ ਆਇਆ ਬਾਹਰ ਔਰ ਇਸੇ ਪ੍ਰਕਾਰ ਦੇਖਦੇ ਰੋਜ਼ ਆਉਣਾ, ਫੇਰਾ ਮਾਰ ਜਾਣਾ, ਚਲੇ ਜਾਣਾ, ਫੇਰਾ ਮਾਰਨਾ, ਚਲੇ ਜਾਣਾ ਔਰ ਨਾਲ ਉਹਨਾਂ ਨੂੰ ਪੁੱਛਦੇ ਰਹਿਣਾ ਕਿੱਦਾਂ, ਕਿਉਂਕਿ ਮੇਰਾ ਕੱਦ ਛੋਟਾ ਸੀ, ਉਹ ਉੱਚਾ ਸੀ ਰੋਸ਼ਨਦਾਨ, ਤਾਂ ਤੇ ਨਿਗਾਹ ਮਾਰ ਜਾਣੀ। 40 ਦਿਨ ਤੋਂ ਬਾਅਦ ਜਦੋਂ ਨਿਕਲੇ ਆ, ਉਸੇ ਤਰ੍ਹਾਂ ਸਰੀਰ ਦੇ ਉੱਤੇ ਲਾਲੀ ਭਖਦੀ ਸੀ, ਕੋਈ ਸਰੀਰ ਵਿੱਚ ਫਰਕ ਨਹੀਂ ਪਿਆ। ਉਹ ਸਾਖੀ ਲਿਖੀ ਹੋਈ ਆ ਔਰ ਉਹਨਾਂ ਦੀ ਜਵਾਨੀ ਵੀ ਰਿਕਾਰਡ ਆ। ਕਹਿੰਦੇ ਸੇਵਾ ਸਿੰਘ ਇਹ ਸਿੱਧ ਕਰਕੇ ਦੇਖ ਲਿਆ ਕਿ ਗੁਰੂ ਕੀ ਬਾਣੀ ਜਿਹੜੀ ਆ, ਜਿੱਥੇ ਆਤਮਾ ਨੂੰ ਆਹਾਰ ਦਿੰਦੀ ਆ, ਆਧਾਰ ਦਿੰਦੀ ਆ, ਉੱਥੇ ਭੋਜਨ ਦਾ ਕੰਮ ਵੀ ਕਰਦਾ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਭਈ। ਔਰ ਉਸ ਤੋਂ ਬਾਅਦ ਫਿਰ ਇਹ ਗੁਫਾ ਬਣੀ। ਗੁਫਾ ਵਿੱਚ ਜਿਹਦੀ ਮੈਂ ਗੱਲ ਕੀਤੀ ਹੈ, ਉਸ ਤੋਂ ਬਾਅਦ ਉਹਦੇ ਵਿੱਚ ਅਜੇ ਤੱਕ ਉੱਪਰ ਢੋਲਕੀ, ਚਿਮਟੇ ਅਤੇ ਉਹ ਕੈਂਸੀਆਂ ਵੀ ਰੱਖੀਆਂ ਹੋਈਆਂ, ਉਹ ਲਾਲਟਣ ਵੀ ਹੈ, ਕਿਉਂਕਿ ਲੋ ਦਾ ਕੋਈ ਪ੍ਰਬੰਧ ਨਹੀਂ ਹੁੰਦਾ। ਔਰ ਉਸ ਵੇਲੇ ਤਕਰੀਬਨ 10 ਕੁ ਬੰਦਿਆਂ ਦੀ ਸੰਗਤ ਹੁੰਦੀ, 9 ਤੋਂ 10 ਬੰਦੇ, ਕਈ ਵਾਰ 11 ਵੀ ਹੋ ਜਾਣੇ। ਔਰ ਸਿੱਧੀਆਂ ਧਾਰਨਾ ਦੇ ਨਾਲ ਗੁਫਾ ਦੇ ਵਿੱਚ ਬੈਠ ਕਰਕੇ ਕੀਰਤਨ ਕਰਨਾ ਔਰ ਸਾਰੀ ਰਾਤ ਕੀਰਤਨ ਕਰਦਿਆਂ ਬਤੀਤ ਹੋਣੀ, ਗੁਣ ਗਾਵਤ ਰਹਿਣ, ਵਿਹਾਣੀ ਦੀ ਕਾਰ ਕਰਨੀ। ਔਰ ਇਸ ਪ੍ਰਕਾਰ 15 ਦਿਨ ਬਾਅਦ ਹਰ ਪੂਰਨਮਾਸ਼ੀ ਨੂੰ ਕਰਦੇ ਹੁੰਦੇ ਸਨ। ਉਸ ਤੋਂ ਬਾਅਦ ਸੰਗਤ ਵੱਧਦੀ ਗਈ, ਲੋਕਾਂ ਨੂੰ ਪਤਾ ਲੱਗਿਆ ਕਿ ਜਿਸ ਉਜੜੇ ਹੋਏ ਅਸਥਾਨ ਦੇ ਉੱਤੇ ਜਿਹਨੂੰ ਭੂਤਾਂ ਪ੍ਰੇਤਾਂ ਦਾ ਡੇਰਾ ਕਿਹਾ ਜਾਂਦਾ ਸੀ, ਜਿੱਥੇ ਭੈੜੀਆਂ ਅਵਗਤ ਰੂਹਾਂ ਰਹਿੰਦੀਆਂ ਸਨ, ਕੋਈ ਉੱਥੇ ਪੈਰ ਨਹੀਂ ਸੀ ਪਾਉਂਦਾ, ਉਸ ਜਗ੍ਹਾ ਉੱਤੇ ਕੋਈ ਮਹਾਤਮਾ ਆਏ ਆ। ਫਿਰ ਸਾਡੇ ਪਿੰਡ ਤੋਂ ਸਰਦਾਰ ਲਾਭ ਸਿੰਘ ਹੁੰਦੇ ਸੀ, ਉਹ ਨੰਬਰਦਾਰ ਦਲੀਪ ਸੋਹਣਾ ਨੂੰ ਨਾਲ ਲੈ ਕੇ ਮਹਾਂਪੁਰਖਾਂ ਦੇ ਕੋਲ ਆ ਕੇ ਬੇਨਤੀ ਕੀਤੀ ਕਿ ਸਾਡੇ ਨਗਰ 'ਤੇ ਕਿਰਪਾ ਕਰੋ, ਸਾਡੇ ਘਰ ਵਿੱਚ ਪ੍ਰਸ਼ਾਦਾ ਛਕਿਆ ਕਰੋ। ਮਹਾਂਪੁਰਖਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਕਹਿਣ ਲੱਗੇ ਮੈਂ ਪਰਨ ਕੀਤਾ, ਘਰੋਂ ਜਿਹੜਾ ਹੈ ਕਣਕ ਭੁਨਾ ਕੇ ਉਹਦਾ ਆਟਾ ਭਿਆ ਕੇ ਲੈ ਆਉਣਾ ਔਰ ਨਾਲ ਮੈਂ ਕੁਛ ਸ਼ੱਕਰ ਲੈ ਆਉਣਾ ਹੈ। ਜਦੋਂ ਭੁੱਖ ਲੱਗਦੀ ਹੈ ਉਹ ਸੱਤੂ ਬਣਾ ਕੇ ਘੋਲ ਕੇ ਪੀ ਲਈਦੇ ਆ ਇੱਕ ਵਾਰੀ। ਮੈਨੂੰ ਹੋਰ ਮੈਂ ਨਾ ਕਿਸੇ ਦੇ ਮੂਹਰੇ ਹੱਥ ਅੱਡਣਾ, ਨਾ ਮੈਂ ਮੰਗਣ ਜਾਣਾ। ਉਹਨਾਂ ਨੇ ਫਿਰ ਬੇਨਤੀ ਕੀਤੀ, ਕਹਿਣ ਲੱਗੇ ਬਾਬਾ ਜੀ ਦੂਸਰੇ ਦਿਨ ਆ ਕੇ 5 ਸਿੰਘ ਹੋ ਕੇ ਇਕੱਠੇ ਹੋ ਕੇ ਆਏ। ਕਹਿਣ ਲੱਗੇ ਮਹਾਰਾਜ ਅਸੀਂ 5 ਸਿੰਘਾਂ ਦੇ ਰੂਪ ਵਿੱਚ ਤੁਹਾਡੇ ਕੋਲ ਆਏ ਹਾਂ, ਸਾਡੀ ਬੇਨਤੀ ਪ੍ਰਵਾਨ ਕਰੋ। ਕਹਿੰਦੇ ਕੀ ਬੇਨਤੀ ਆ? ਔਰ ਭਾਈ ਲਾਭ ਸਿੰਘ ਜੀ ਕਹਿਣ ਲੱਗੇ ਸਾਡੇ ਘਰ ਵਿੱਚ ਜ਼ਰੂਰ ਪ੍ਰਸ਼ਾਦਾ ਛਕਿਆ ਕਰੋ, ਨਾਲੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਜਾਇਆ ਕਰੋ। ਔਰ ਇੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਗਾ, ਔਰ ਜੇ ਤੁਸੀਂ ਇਹ ਗੱਲ ਸਵੀਕਾਰ ਨਹੀਂ ਕਰਨੀ ਫਿਰ ਅਸੀਂ ਪ੍ਰਸ਼ਾਦਾ ਇੱਥੇ ਲੈ ਆਵਾਂ ਕਰਾਂਗੇ। ਅਤੇ ਬਾਬਾ ਜੀ ਕਹਿੰਦੇ ਮੈਂ ਸੋਚੀ ਪੈ ਗਿਆ। ਕਹਿੰਦੇ ਦੇਖੋ ਇੱਕ ਤਾਂ ਇਹਨਾਂ ਨੇ ਪ੍ਰਸ਼ਾਦਾ 5 ਸਿੰਘ ਇਕੱਠੇ ਹੋ ਕੇ ਆਏ ਆ, ਇਹਨਾਂ ਨੂੰ ਨਾ ਵੀ ਕੀਤੀ ਨਹੀਂ ਜਾ ਸਕਦੀ। ਜੇ ਮੈਂ ਨਾ ਕਰ ਦਿੱਤੀ, ਇਹ ਕਹਿੰਦੇ ਪ੍ਰਸ਼ਾਦਾ ਇੱਥੇ ਲੈ ਆਵਾਂ ਕਰਾਂਗੇ। ਇੱਕ ਤਾਂ ਪ੍ਰਸ਼ਾਦਾ ਇਹਨਾਂ ਨੇ ਲਿਆਉਣਾ, ਦੀਦਾ ਇਹਨਾਂ ਦਾ ਕੰਮਕਾਰ ਦਾ ਟਾਈਮ ਭੱਜੇਗਾ। ਅਖੀਰ ਸੋਚ ਵਿਚਾਰ ਤੋਂ ਬਾਅਦ ਮਹਾਂਪੁਰਖਾਂ ਨੇ ਕਹਿ ਦਿੱਤਾ ਕਿ ਠੀਕ ਹੈ, ਮੈਂ ਸਵੇਰੇ 8 ਵਜੇ ਤੁਹਾਡੇ ਨਗਰ ਆ ਕੇ ਪ੍ਰਸ਼ਾਦਾ ਛਕ ਲਿਆ ਕਰਾਂਗਾ। ਔਰ ਇੱਥੋਂ ਜਾਣਾ, ਗੁਰਦੁਆਰਾ ਸਾਹਿਬ ਮੱਥਾ ਟੇਕਣਾ, ਉਹਨਾਂ ਦੇ ਘਰ ਵਿੱਚ ਪ੍ਰਸ਼ਾਦਾ ਛਕਣਾ। ਪ੍ਰਸ਼ਾਦਾ ਛਕਦਿਆਂ ਵੀ
ਉੱਥੇ ਜਿੰਨੇ ਬੱਚੇ ਛੋਟੇ ਹੁੰਦੇ ਸਨ, ਜਿਨ੍ਹਾਂ ਵਿੱਚ ਮੈਂ ਵੀ ਸਾਂ, ਜਿੰਨੀਆਂ ਬੱਚੀਆਂ ਸਨ, ਉਹਨਾਂ ਨੂੰ ਨਿਤਨੇਮ ਦੀ ਸੰਥਿਆ ਕਰਾਉਣੀ ਔਰ ਉਸ ਤੋਂ ਬਾਅਦ ਪ੍ਰਸ਼ਾਦਾ ਛਕਣਾ। ਦੁਪਹਿਰ ਲਈ 2 ਪ੍ਰਸ਼ਾਦੇ ਟਿਫਨ ਕੈਰੀਅਰ ਹੁੰਦਾ ਸੀ, ਡੱਬੇ ਵਿੱਚ ਬੰਦ ਕਰਕੇ ਲੈ ਆਉਣੇ, ਉਹਦੇ ਨਾਲ ਗੁਜ਼ਾਰਾ ਕਰਨਾ। ਇਹ ਉਦੋਂ ਦਾ ਉਹਨਾਂ ਦਾ ਆਹਾਰ ਸੀ। ਔਰ ਉਸ ਤੋਂ ਬਾਅਦ ਫਿਰ ਸਾਡੇ ਮਾਤਾ ਜੀ ਸਨ, ਉਹਨਾਂ ਨੇ ਕਿਹਾ ਬਾਬਾ ਜੀ ਸਾਡੇ ਵੀ ਘਰ 2 ਦਿਨ ਪ੍ਰਸ਼ਾਦਾ ਛਕਿਆ ਕਰੋ। ਇਸੇ ਪ੍ਰਕਾਰ 3 ਦਿਨ ਸਰਦਾਰ ਲਾਭ ਸੋਹਣਾ ਦੇ ਘਰ, 2 ਦਿਨ ਆਪਣੇ 3 ਦਿਨ ਆਪਣੇ ਘਰ ਸਾਡੇ ਮਾਤਾ ਜੀ ਦੇ ਘਰ, 1 ਦਿਨ ਮਾਸਟਰ ਪੂਰਨ ਸਿੰਘ ਹੋਰੀ ਹਨ, ਉਹਨਾਂ ਦੇ ਘਰ ਪ੍ਰਸ਼ਾਦਾ ਛਕਣ ਵਾਸਤੇ ਬਾਬਾ ਜੀ ਨੇ ਬਾਰੀ ਲਾ ਲਈ। ਔਰ ਸ਼ਾਮ ਨੂੰ ਇੱਥੇ ਦੁੱਧ ਲੈ ਕੇ ਮਾਤਾ ਜੀ ਸਾਡੇ ਆਉਂਦੇ ਹੁੰਦੇ ਸਨ। ਕਹਿਣ ਤੋਂ ਭਾਵ ਮੈਂ ਹੋਰ ਵਿਸਤਾਰ ਵਿੱਚ ਨਾ ਜਾਵਾਂ। ਔਰ ਫਿਰ ਕੁਝ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਬਾਬਾ ਜੀ ਤੁਸੀਂ ਭਜਨ ਕਰਦੇ ਹੋ, ਇੱਥੇ ਕੋਈ ਸੰਗਤ ਦਾ ਆਉਣ ਦਾ ਸਾਧਨ ਬਣਾਈਏ। ਬਾਬਾ ਜੀ ਕਹਿਣ ਲੱਗੇ ਕਿਵੇਂ ਹੋ ਸਕਦਾ? ਕਹਿੰਦੇ ਆਪਾਂ ਇੱਥੇ ਅਖੰਡ ਪਾਠ ਸਾਹਿਬ ਕਰੀਏ। ਔਰ ਜਿੱਥੇ ਗੁਫਾ ਹੈ ਇਸ ਦੇ ਉੱਤੇ ਇੱਕ ਛੋਟਾ ਜਿਹਾ ਤੰਬੂ ਲਾਇਆ ਗਿਆ। ਔਰ ਜਿੱਥੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਨ ਲਈ ਪੌੜੀਆਂ ਚੜ੍ਹਦੀਆਂ, ਇੱਥੇ ਇੱਕ ਬਹੁਤ ਵੱਡਾ ਪਿੱਪਲ ਹੁੰਦਾ ਸੀ, ਇਹਦੇ ਉੱਤੇ ਚਾਨਣੀ ਲਾ ਕੇ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਜਿੱਥੇ ਹੁਣ ਬਾਥਰੂਮ ਬਣੇ ਹੋਏ ਆ ਬਾਬਾ ਜੀ ਦੀ ਗੁਫਾ ਦੇ ਨਾਲ, ਉੱਥੇ ਇੱਕ ਬੇਰੀ ਹੁੰਦੀ ਸੀ। ਉਸ ਬੇਰੀ ਹੇਠਾਂ ਮੰਜੇ ਡਾਹ ਕੇ ਤੇ ਪਾਠੀ ਸਿੰਘਾਂ ਨੂੰ ਸੁਲਾਇਆ ਗਿਆ, ਕਿਉਂਕਿ ਹੋਰ ਕੋਈ ਇੰਤਜ਼ਾਮ ਨਹੀਂ ਸੀ। ਔਰ ਭਾਈ ਜੋਗਿੰਦਰ ਸਿੰਘ ਰਸੂਲਪੁਰ ਤੋਂ ਸਨ, ਉਹਨਾਂ ਦਾ ਜਥਾ ਅਖੰਡ ਪਾਠ ਲਈ ਸਾਹਿਬ ਸੱਦਿਆ ਗਿਆ, ਪਾਠ ਕੀਤਾ। ਮੈਨੂੰ ਯਾਦ ਆ ਟੈਂਟਪਾਲਾਂ ਦਾ ਇੱਕ ਲਾਂਗਰੀ ਹੁੰਦਾ ਸੀ ਪੰਡਿਤ, ਉਸ ਨੇ ਇੱਥੇ ਪ੍ਰਸ਼ਾਦੇ ਬਣਾਉਣੇ, ਫੁਲਕੇ ਜਿਵੇਂ ਰੁਮਾਲੀ ਫੁਲਕੇ ਬਣਾਉਂਦੇ ਆ ਉਸ ਪ੍ਰਕਾਰ ਰੁਮਾਲੀ ਫੁਲਕੇ ਬਣਾਏ, ਇੱਕ ਦਾਲ। ਔਰ ਉਸ ਵੇਲੇ ਇੱਕ ਟਰਾਲੀ ਔਰ ਉਹਦੇ ਵਿੱਚ ਤਰਪਾਲ ਪਾ ਕੇ ਪਾਣੀ ਲਿਆਂਦਾ। ਅਤੇ ਆਹ ਲਾਗੇ ਜਿੱਥੇ ਹੁਣ ਬਿਲਡਿੰਗ ਬਣੀ ਹੋਈ ਆ 4 ਮੰਜ਼ਲਾਂ, ਇਹ ਖੇਤ ਹੁੰਦਾ ਸੀ, ਇਹਦੇ ਵਿੱਚ ਸੁਹਾਗਾ ਦਵਾ ਕੇ ਇੱਥੇ ਚੂਨੇ ਦੇ ਨਾਲ ਪੰਗਤਾਂ ਲਾਈਆਂ ਗਈਆਂ। ਔਰ ਫੁਲਕਾ 1-1 2-2 ਦੇ ਕੇ ਉੱਤੇ ਦਾਲ, ਅਤੇ ਉਸ ਤੋਂ ਬਾਅਦ ਫਿਰ ਪਾਣੀ ਜਿਹੜਾ ਸੀ ਉਹ ਬਾਹਰ ਜਾ ਕੇ ਟਰਾਲੀ ਦੇ ਕੋਲ ਪੀ ਲੈਂਦੇ ਸਨ। ਅਤੇ ਨਾਲ ਇੱਥੇ ਇੱਕ ਹੋਰ ਗੱਲ ਮੈਂ ਦੱਸਣ ਵਾਲੀ ਆ, ਕੁਛ ਗੋਂਦਪੁਰ ਤੋਂ ਸਿੰਘ, ਉਹਨਾਂ ਦਾ ਨਾਂ ਹੀ ਭਾਈ ਦਲੀਪ ਸਿੰਘ ਸੀ, ਭਾਈ ਬਾਬਾ ਸਿੰਘ ਸੀ, 2 ਹੋਰ ਸਨ, ਆਪਣੇ ਪਿੰਡ ਦੇ ਵੀ ਸਨ। ਔਰ ਜਦੋਂ ਲੰਗਰ ਵਰਤਾਉਣਾ ਸੀ ਬਾਬਾ ਜੀ ਦੇ ਕੋਲ ਆਏ ਔਰ ਕਹਿਣ ਲੱਗੇ ਮਹਾਰਾਜ ਬਾਬਾ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨੀ ਆ, ਪੰਗਤਾਂ ਤੋਂ ਤੁਸੀਂ ਲਾਉਣ ਲੱਗੇ ਹੋ, ਇੰਝ ਕਰੋ ਜਿਹੜੇ ਨੀਵੀਂ ਜਾਤ ਦੇ ਆ ਇਹਨਾਂ ਦੀਆਂ ਪੰਗਤਾਂ ਆਪਾਂ ਜੁੱਤੀਆਂ ਲਾਉਣੀਆਂ। ਅਤੇ ਬਾਬਾ ਜੀ ਕਹਿੰਦੇ ਆ, ਉਹਨਾਂ ਨੇ ਕਹਿਣ ਲੱਗੇ ਭਾਈ ਗੁਰੂ ਘਰ ਦੇ ਵਿੱਚ ਪੰਗਤ ਇੱਕੋ ਹੀ ਲੱਗੇਗੀ, ਇੱਥੇ ਨਾ ਕੋਈ ਉੱਚਾ ਨਾ ਕੋਈ ਨੀਵਾਂ ਆ। ਗੁਰੂ ਮਹਾਰਾਜ ਜੀ ਨੇ ਸਭ ਨੂੰ ਬਰਾਬਰਤਾ ਦਿੱਤੀ ਹੈ ਔਰ ਹੁਕਮ ਕੀਤਾ ਸੀ ਇਨ ਗਰੀਬ ਸਿੱਖਣ ਕੋ ਮੈਂ ਦਿਓ ਪਾਤਸ਼ਾਹੀ, ਜੇ ਯਾਦ ਰੱਖੇ ਹਮਰੀ ਗੁਰਿਆਈ। ਇੱਥੇ ਤਾਂ ਰਾਜਿਆਂ ਨੂੰ ਠੁਕਰਾ ਦਿੱਤਾ। ਹਾਂ ਜੇ ਤੁਸੀਂ ਚਾਹੁੰਦੇ ਹੋ 5 ਜਾਣੇ ਅਤੇ ਤੁਸੀਂ ਜਾ ਕੇ ਆਪਣੀ ਜੁਦੀ ਪੰਗਤ ਲਾ ਲਓ, ਉੱਥੇ ਤੁਹਾਨੂੰ ਜੁਦਾ ਪ੍ਰਸ਼ਾਦਾ ਵਰਤਾ ਦਿੱਤਾ ਜਾਵੇਗਾ। ਪੰਗਤ ਵਿੱਚ ਫਰਕ ਨਹੀਂ ਪੈਣ ਦੇਣਾ। ਪੰਗਤਾਂ ਬਾਬਾ ਜੀ ਦਾ ਤਪ ਤੇਜ ਇੰਨਾ ਸੀ, ਉਹਨਾਂ ਦੇ ਮੂਹਰੇ ਕੋਈ ਬੋਲ ਨਹੀਂ ਸਕਦਾ ਸੀ। ਔਰ ਪੰਗਤਾਂ ਲਾ ਕੇ ਸਰਬ ਸਾਂਝੀ ਬਾਲਤਾ ਦਾ, ਜਿਵੇਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ, ਪਹਿਲੇ ਪੰਗਤ ਪਾਛੇ ਸੰਗਤ, ਉਸ ਨੂੰ ਪਰੰਪਰਾ ਨੂੰ ਯਾਦ ਕਰਦਿਆਂ ਹੋਇਆਂ ਔਰ ਉਸ ਸਮੇਂ ਅੱਜ ਤੋਂ 48-49ਵੇਂ ਸਾਲ ਵਿੱਚ 1949 ਵਿੱਚ ਉਸ ਵੇਲੇ ਛੂਤਛਾਤ ਦੀ ਇਹ ਜਿਹੜੀ ਭੈੜੀ ਬਿਮਾਰੀ ਸੀ ਉਸ ਨੂੰ ਪ੍ਰਤੱਖ ਤੌਰ 'ਤੇ ਦੂਰ ਕੀਤਾ ਅਤੇ ਆਪ ਵੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ। ਕਿੱਡੀ ਵੱਡੀ ਗੱਲ ਹੈ। ਤਾਂ ਤੇ ਇਸ ਕਰਕੇ ਹੁਣ ਜਿਹਨਾਂ ਥਾਵਾਂ ਉੱਤੇ ਚੱਲਦਾ ਇਹ ਮਨਮਤ ਹੈ, ਕਿਉਂਕਿ ਗੁਰੂ ਘਰ ਦੇ ਵਿੱਚ ਏਕ ਪਿਤਾ ਏਕ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਤਾਂ ਤੇ ਮੈਂ ਮੁੜ ਕੇ ਫਿਰ ਉਸ ਟੌਪਿਕ 'ਤੇ ਆਵਾਂ। ਉਸ ਤੋਂ ਬਾਅਦ ਫਿਰ ਕਿਉਂਕਿ ਉਸ ਵੇਲੇ ਹੋਰ ਕੋਈ ਇੱਥੇ ਹੁੰਦਾ ਨਹੀਂ ਸੀ। ਦਾਸ ਜਦੋਂ ਪ੍ਰਾਇਮਰੀ ਵਿੱਚ ਪੜ੍ਹਦਾ ਸੀ ਤਲਵੰਡੀ, ਤਦੋਂ ਵੀ ਉਹਨਾਂ ਦੇ ਕੋਲ ਆ ਜਾਣਾ। ਜਦੋਂ ਹਾਈ ਸਕੂਲ ਗੜ੍ਹਦੀ ਵਾਲਾ ਜਾਣਾ, ਤਦੋਂ ਵੀ ਬਾਅਦ ਵਿੱਚ ਆ ਕੇ ਬਾਬਾ ਜੀ ਨੇ ਇੱਥੇ
शक्कर का शरबत पिलाउणा। नाल असीं 3 विद्यार्थी हुंदे सी, उन्हां दे कोलों श्री अखंड पाठ साहब जी की सिक्ख्या लैण वास्ते, संथਿਆ लैण वास्ते। वो पोथियां अजे पईयां, अजकल तो पदछेद है, उस समय जुड़वें अखरां विच हुंदियां, अजे भी वो पोथियां हैगियां। नाल बाबा जी ने सानू पेंसिलां दित्तियां होईयां हुंदियां सन, जिथे किते भी अपने पातशेत करना तो उहदे नाल निशान ला लो जो बाद विच मिट जावे। तां ते हेडमास्टर पूरन सिंह होरी हुंदे सन, एक भानी तो निर्मल सिंह मेरा क्लास फैलो सन, एक दास सी। तिन्हां ने असीं गुरु ग्रंथ साहिब की संथਿਆ लई। और बैठे बाबा जी कहण लगे संगत वधदी जांदी है, संगत कुछ बाहर बहना पैंदा है भी आपां कुछ होर इंतजाम करिए। की इंतजाम किया जाए, क्योंकि पैसा कोल कोई हुंदा नहीं सी, कोई देण वाला कोई नहीं। जदों मैं ते आप जी नूं दिखावां उस समय दे एक 4 आने ਵੱਧ ਤੋਂ ਵੱਧ ਜਿਹੜਾ ਡੋਨੇਸ਼ਨ ਦਿੰਦਾ ਹੁੰਦਾ ਸੀ 1.25 ਰੁਪਈਆ ਦਿੰਦਾ ਹੁੰਦਾ ਸੀ। ਔਰ ਕੋਈ ਜਿਹੜਾ ਹੁੰਦਾ ਸੀ ਜਿਹਦੇ ਕਾਪੀਆਂ ਦੀ ਉਹ ਹਿਸਾਬ ਕਿਤਾਬ ਮੈਂ ਰੱਖਿਆ ਆ। ਔਰ 5 ਰੁਪਈਏ ਇੱਕ ਨੇ ਦਿੱਤੇ ਸਨ, ਉਹ ਵੀ ਇੱਧਰੋਂ ਚੱਕ ਰਾਮੂ ਤੋਂ ਸੇ, ਤੇ ਉਹਨਾਂ ਨੇ ਬੜਾ ਜੀ 5 ਰੁਪਈਏ ਦਿੱਤੇ ਆ। ਔਰ ਉਸ ਵੇਲੇ ਪਾਠੀ ਸਿੰਘਾਂ ਦੀ ਭੇਟਾ ਦੀ ਸੀ 5 ਰੁਪਈਏ ਹੁੰਦੀ ਨਾ 25 ਰੁਪਏ ਹੁੰਦੀ ਸੀ ਉਸ ਵੇਲੇ। ਤਾਂ ਤੇ ਇਸ ਪ੍ਰਕਾਰ ਮੈਂ ਕਿਉਂਕਿ ਜੇ ਅੰਦਰ ਇੰਨਾ ਹੈ, ਕਿਉਂਕਿ ਦੇਖਿਆ ਉਹ ਫਿਰ ਕਈ ਵਾਰੀ ਐਵੇਂ ਬਦੋ ਬਦੀ ਫੁੱਟ ਪੈਂਦਾ। ਤਾਂ ਤੇ ਉਸ ਤੋਂ ਬਾਅਦ ਕੀ ਕੀਤਾ ਜਾਵੇ। ਫਿਰ ਉਸ ਵੇਲੇ ਸੰਤ ਪ੍ਰੀਤਮ ਸੋਹਣੀ ਸੀਕਰੀ ਵਾਲੇ ਹੁੰਦੇ ਸੀ, ਉਹਨਾਂ ਨੂੰ ਕਹਿਣ ਲੱਗੇ ਇੰਝ ਕਰੋ ਕੋਈ ਲੰਬੀ ਲਟੈਣ ਜਾਂ ਸ਼ਤੀਰ 15 ਫੁੱਟ ਦਾ ਹੋਵੇ ਤਾਂ ਉਹ ਲੱਭੋ, ਕਿਉਂਕਿ 15 ਫੁੱਟ ਦੀ ਸ਼ਤੀਰੀ ਕੋਈ ਲੱਭ ਨਹੀਂ ਸਕਦੀ ਸੀ। ਇੱਕ ਚੀਲ ਦੇ ਦਰਖਤ ਦਾ ਉਹ ਉੱਧਰੋਂ ਪਹਾੜ ਵੱਲੋਂ ਇੰਤਜ਼ਾਮ ਕੀਤਾ ਗਿਆ। ਉਹ ਫਿਰ ਜਿੱਥੇ ਹੁਣ ਆ ਬੇਲ ਲੱਗੀ ਆ, ਇਹਦੇ ਪਿੱਛੇ ਨੂੰ 15 ਫੁੱਟ ਤੇ ਕੇਸੋਪੁਰ ਦਾ ਦਲੀਪਾ ਹੁੰਦਾ ਸੀ, ਦਲੀਪਾ ਹੁੰਦਾ ਸੀ, ਮੈਨੂੰ ਉਹਨਾਂ ਦਾ ਨਾਂ ਯਾਦ ਆ। ਉਸ ਨੇ ਇੱਕ ਛੰਨ ਬਣਾਈ ਬੜੀ, ਉਹ ਠੋਕ ਕੇ ਤੇ ਗਾਂ ਜਿਹਦੇ ਵਿੱਚ ਦੀ ਨਾ ਫਿਰ ਉਹ ਪਾਣੀ ਨਿਕਲੇ ਤੇ ਨਾ ਠੰਡੀ ਵੀ ਰਹਿੰਦੀ ਸੀ। ਜਦੋਂ ਉਹਦੇ ਵਿੱਚ ਫਿਰ ਮਹਾਰਾਜ ਦਾ ਪ੍ਰਕਾਸ਼ ਕੀਤਾ ਉੱਥੋਂ ਲਿਆ ਕੇ, ਫਿਰ ਸਮੱਸਿਆ ਬਣੀ ਵੀ ਉਹ ਸੰਗਤ ਕਿੱਥੇ ਰਹੇ। ਉਸ ਤੋਂ ਬਾਅਦ ਫਿਰ ਉਹਦੇ ਮਗਰ ਇੱਕ 15 ਫੁੱਟ ਦੀ ਹੋਰ ਛੰਨ ਬਣਾਈ, ਉੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ। ਅਤੇ ਬਾਹਰਲੀ ਛੰਨ ਦੇ ਵਿੱਚ ਤਕਰੀਬਨ 10 ਜਾਂ 12 ਮੰਜੇ ਡਿੱਠਦੇ ਸੀ ਬਿਲਕੁਲ ਨਾਲ ਲਾ ਕੇ। ਔਰ ਇਹ ਫਿਰ ਉਸ ਤੋਂ ਬਾਅਦ ਬਣਿਆ। ਫਿਰ ਉਸ ਤੋਂ ਬਾਅਦ ਇੱਕ ਵਾਰੀ ਫਿਰ ਸਮਾਂ ਐਸਾ ਬਣਿਆ, ਉਸ ਵੇਲੇ ਫਿਰ ਗੈਸ ਹੁੰਦੀ ਸੀ, ਗੈਸ। ਔਰ ਗੈਸ ਜੋ ਉਹ ਛੰਨ ਦੇ ਵਿੱਚ ਟੰਗਿਆ, ਉਹਦੇ ਵਿੱਚ ਨੂੰ ਉੱਪਰ ਨੂੰ ਅੱਗ ਦੇ ਨਾਲ ਉਹ ਛੰਨ ਨੂੰ ਅੱਗ ਲੱਗ ਗਈ। ਔਰ ਉਹ ਫਿਰ ਜਿਹੜੀ ਜਦੋਂ ਅੱਗ ਲੱਗੀ ਉਹ ਸੁੱਤੇ ਪਏ ਸਨ। ਮੈਨੂੰ ਯਾਦ ਆ ਇੱਕ ਜੋਗਿੰਦਰ ਸਿੰਘ ਹੁੰਦਾ ਸੀ ਧੁੱਗਿਆਂ ਦਾ, ਉਹ ਪੜ੍ਹਦਾ ਹੁੰਦਾ ਸੀ ਨਾਲ, ਉਹ ਨਵਾਂ ਪਿਆ। ਅੱਗ ਬੁਝ ਵੀ ਗਈ, ਜਦੋਂ ਉਹਦੇ ਪਾਣੀ ਦੇ ਛਿੱਟੇ ਪਏ, ਅੱਗ ਦੀ ਰੌਲੀ ਪਈ, ਉਹ ਜਿਉਂ ਭੱਜਿਆ ਇੱਕ ਪਾਸੇ ਨੂੰ ਅਤੇ ਦੌੜ ਗਿਆ। ਔਰ ਉਸ ਤੋਂ ਬਾਅਦ ਉਹ ਜਥੇਦਾਰ ਕਰਤਾਰ ਸਿੰਘ ਹੁੰਦਾ, ਉਹ 2-4 ਉਹਦੇ ਠੋਕੀਆਂ ਵੀ। ਕਹਿਣ ਲੱਗਿਆ ਸਹੁਰਾ ਜਦੋਂ ਅੱਗ ਲੱਗੀ ਸੀ ਉਦੋਂ ਤਾਂ ਤੂੰ ਉੱਠਿਆ ਨਹੀਂ ਅਤੇ ਹੁਣ ਤੂੰ ਬਾਹਰ ਨੂੰ ਭੱਜ ਪਿਆ। ਕਹਿਣ ਤੋਂ ਭਾਵ ਇਸ ਪ੍ਰਕਾਰ ਦੀਆਂ ਗੱਲਾਂ ਉਸ ਸਮੇਂ ਦੀਆਂ ਜੇ ਯਾਦ ਕਰੀਏ ਤਾਂ ਬੜੀਆਂ ਇੱਕ ਅਜੀਬ ਜਿਹਾ ਅਨੁਭਵ ਹੁੰਦਾ। ਉਸ ਤੋਂ ਬਾਅਦ ਕਹਿਣ ਲੱਗੇ ਵੀ ਹੋ ਸਕਦਾ ਕੋਈ ਇਹ ਤਾਂ ਕੁਦਰਤੀ ਅੱਗ ਲੱਗ ਗਈ ਆ, ਇਹ ਵੀ ਮਹਾਰਾਜ ਵੱਲੋਂ ਇੱਕ ਸਿੱਖਿਆ ਆ ਵੀ ਜੇ ਕੋਈ ਸ਼ਰਾਰਤ ਦੇ ਨਾਲ ਮਗਰੋਂ ਅੱਗ ਲਾ ਜਾਵੇ, ਕਿਤੇ ਐਵੇਂ ਸ਼ਰਾਰਤੀ ਅਨਸਰ ਹੁੰਦਾ ਅਤੇ ਗੁਰੂ ਮਹਾਰਾਜ ਜੀ ਦੀ ਬੇਅਦਬੀ ਹੋ ਸਕਦੀ ਆ। ਚਲੋ ਆਪਣਾ ਸਮਾਨ ਤਾਂ ਜਿਹੜਾ ਹੈਗਾ ਇੱਥੇ, ਕਿਹੜਾ ਸਾਡਾ ਤਾਂ ਹੈਗਾ ਨੰਗ ਮਲੰਗ ਹੈਗੇ, ਆਪਾਂ ਤਾਂ ਕਿਹੜਾ ਰੋਟੀ ਪਾਣੀ ਹੈਗਾ ਕਛਹਿਰਾ ਪਰਨਾ ਕੋਈ ਹੋਰ ਸੰਭਾਲਾਂਗੇ। ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਹਾਰਨੀ ਬੜੀ ਔਖੀ ਆ ਜੇ ਇਹੋ ਜਿਹੀ ਗੱਲ ਹੋ ਜਾਏ। ਫਿਰ ਉਸ ਤੋਂ ਬਾਅਦ ਆ ਜਿੱਥੇ ਆਪ ਜੀ ਬੈਠੇ ਹੋ ਇਹਦੀ ਉਸਾਰੀ ਕੀਤੀ ਗਈ। ਔਰ ਉੱਪਰ ਮਹਾਰਾਜ ਦਾ ਪ੍ਰਕਾਸ਼ ਅਤੇ ਬਾਹਰ ਇੱਕ ਟੀਨ 15 ਫੁੱਟ ਦੀ ਜਿਹੜੀ ਸੀ, ਉਹ ਫਿਰ 4 ਚੁਫੇਰੇ ਇਹਦੇ ਟੀਨਾਂ ਦਾ ਇੱਕ ਬਹਿਣ ਵਾਸਤੇ ਗੁਰਦੁਆਰਾ ਅਤੇ ਨਾਲ ਸ਼ਟਰ ਲਾਏ ਗਏ ਉਸ ਸਮੇਂ। ਔਰ ਇਹ ਗੁਰਦੁਆਰਾ ਹੁੰਦਾ ਸੀ। ਔਰ ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਆਪਣੇ ਰਿਹਾਇਸ਼ ਵਾਸਤੇ ਉੱਪਰ ਜਿੱਥੇ ਹੁਣ ਬਾਬਾ ਜੀ ਦੇ ਜਿੱਥੇ ਉਹ ਛੰਨ ਸੀ, ਛੰਨ ਬਣਾਈ ਆਪਣੇ ਰਿਹਾਇਸ਼ ਵਾਸਤੇ। ਔਰ ਉਹਦੇ ਵਿੱਚ ਗੁਫਾ ਉਹ ਤਕਰੀਬਨ ਆਪਣੇ ਭਜਨ ਵਾਸਤੇ
ਤੇ ਜਿੱਥੇ ਉਹ ਆਪਣੇ ਸੰਗਤ ਬਾਹਰ ਰਹਿੰਦੀ ਸੀ, ਆਪ ਅੰਦਰ ਭਜਨ ਸਿਮਰਨ ਕਰਨਾ। ਮੋਹਰੇ ਇੱਕ ਬਰਾਂਡਾ ਹੁੰਦਾ ਸੀ। ਫਿਰ ਉਸ ਤੋਂ ਬਾਅਦ ਦੇਖਿਆ ਵੀ ਸਾਨੂੰ ਵੀ ਅੱਗ ਲੱਗ ਸਕਦੀ ਆ, ਉਹਦੀ ਥਾਂ 'ਤੇ ਜਿਵੇਂ ਸਮਰੱਥਾ ਦਿੱਤੀ, ਹੇਠਾਂ ਇੱਕ ਬਾਲਿਆਂ ਦਾ ਜਿਹੜਾ ਸੀ ਤਕਰੀਬਨ 30 ਬਾਈ 15 ਦਾ ਇੱਕ ਮਕਾਨ ਸਟੋਰ ਬਣਾਇਆ। ਮੋਹਰੇ ਥੋੜ੍ਹਾ ਜਿਹਾ ਆਪਣੇ ਚਾਹ ਪਾਣੀ ਬਣਾਉਣ ਵਾਸਤੇ ਉਸ ਵੇਲੇ ਭਾਈ ਅਮਰ ਸਿੰਘ, ਇੱਕ ਕਰਤਾਰ ਸਿੰਘ ਕਿੱਕਰਾਂ ਵਾਲੀ ਬਸੀ ਦੇ ਹੁੰਦੇ ਸਨ, ਅਤੇ ਉਹ ਲੰਗਰ ਦੀ ਸੇਵਾ ਕਰਦੇ ਹੁੰਦੇ ਸਨ। ਅਤੇ ਇੱਕ ਮੱਲ ਸਿੰਘ ਹੁੰਦਾ ਸੀ ਆਪਣੇ ਨਿੱਸੇ ਭਾਨੇ ਦਾ, ਉਹ ਹੁੰਦਾ ਸੀ। ਤਾਂ ਤੇ ਉਹਨਾਂ ਨੇ ਇਸ ਅਸਥਾਨ ਦੇ ਉੱਤੇ ਸੀਗਾ ਆਏ ਭਾਵ ਉੱਥੇ ਇੱਕ ਲੰਗਰ ਸੀ, ਉੱਪਰ ਹੈ ਸੀ। ਔਰ ਉਸ ਤੋਂ ਬਾਅਦ ਕੁਛ ਫਿਰ ਦਾਸ ਮੈਡੀਕਲ ਦਾ ਕਰਦਾ ਹੁੰਦਾ ਸੀ, ਅਤੇ ਉਹ ਦਵਾਈਆਂ ਦੇਣ ਵਾਸਤੇ ਇੱਧਰ ਕਮਰਾ ਜੁਦਾ ਬਣਾਇਆ। ਔਰ ਉਸ ਤੋਂ ਬਾਅਦ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਆਉਣ ਲੱਗੇ, ਉਹਨਾਂ ਦੀ ਕਥਾ ਆਰੰਭ ਕੀਤੀ। ਉਸ ਵੇਲੇ ਇੱਧਰਲੇ ਪਾਸੇ 4 ਕਮਰੇ, 2 ਹੇਠਾਂ ਅਤੇ 2 ਉੱਪਰ ਉਹਨਾਂ ਦੇ ਹੁੰਦੇ ਸਨ, ਉਹ ਉਹਨਾਂ ਨੂੰ ਦਿੱਤੇ ਜਾਂਦੇ ਸਨ। ਬਾਬਾ ਜੀ ਉੱਪਰ ਆਪਣੇ ਜਿਹੜਾ ਸੀ ਆਪਣੀ ਛੰਨ ਵਿੱਚ ਜਿਹੜਾ ਲੈਂਟਰ ਪਾਇਆ ਸੀ, ਫਿਰ ਬਾਅਦ ਵਿੱਚ ਉਹਦੇ ਵਿੱਚ ਵਿਸ਼ਰਾਮ ਕਰਦੇ ਸਨ ਸੰਗਤ ਸਮੇਤ। ਤਾਂ ਤੇ ਇਸ ਪ੍ਰਕਾਰ ਦਾ ਉਸ ਵੇਲੇ ਦੀ ਇਹ ਪ੍ਰੋਪਰਟੀ ਸੀ। ਔਰ ਉਸ ਤੋਂ ਬਾਅਦ ਫਿਰ ਜਦੋਂ ਇਹ ਅਖੰਡ ਪਾਠ ਹੋਇਆ, ਉਸ ਤੋਂ ਬਾਅਦ ਫਿਰ ਸੰਗਤ ਨੇ ਬੇਨਤੀ ਕੀਤੀ ਕਿ ਹਰ ਸਾਲ ਇਹ ਅਖੰਡ ਪਾਠ ਜਿਹੜਾ ਇਸ ਨੂੰ ਜਾਰੀ ਰੱਖਿਆ ਜਾਵੇ। ਔਰ ਉਸੇ ਪਹਿਲੀ ਵਾਰੀ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਹੋਇਆ, ਪਿੰਡ ਬਾਲੇ ਤੋਂ ਗੁਰੂ ਮਹਾਰਾਜ ਜੀ ਦਾ ਸਰੂਪ ਲਿਆਂਦਾ। ਔਰ ਉਹਨਾਂ ਦੇ ਕੋਲ ਇੱਕ ਸਰੂਪ ਵਾਧੂ ਸੀ, ਉਹ ਸਰੂਪ ਲਿਆ ਕੇ ਇੱਥੇ ਵੀ ਪੱਕੇ ਤੌਰ 'ਤੇ ਸਤਿਗੁਰਾਂ ਦਾ ਸਰੂਪ ਪ੍ਰਕਾਸ਼ ਅਤੇ ਸੁਖਾਸਨ ਦੀ ਸੇਵਾ ਜਿਹੜੀ ਸੀ ਆਰੰਭ ਹੋ ਗਈ। ਔਰ ਉਸ ਤੋਂ ਬਾਅਦ ਫਿਰ ਕਾਫੀ ਸਮੇਂ ਤੋਂ ਬਾਅਦ ਆ ਜਿਹੜਾ ਲੰਗਰ ਹਾਲ ਤੁਸੀਂ ਦੇਖ ਰਹੇ ਹੋ, ਲੰਗਰ ਦਰਬਾਰ ਹਾਲ, ਇਹਦੀ ਉਸਾਰੀ ਅਤੇ ਬਰਾਂਡਿਆਂ ਦੀ ਉਸਾਰੀ ਹੋਈ। ਇਹ ਤਕਰੀਬਨ ਉਸੇ ਪ੍ਰਕਾਰ ਰੱਖਿਆ ਗਿਆ ਤਾਂ ਜੋ ਮਹਾਂਪੁਰਖਾਂ ਦੀ ਯਾਦ ਵੀ ਰਹੇ, ਅਤੇ ਇਹਨੂੰ ਮੋਡੀਫਾਈ ਵੀ ਕੀਤਾ ਗਿਆ ਤਾਂ ਜੋ ਸੋਹਣਾ ਵੀ ਹੋਵੇ, ਏਸੀ ਵੀ ਲੱਗ ਜਾਏ, ਅਤੇ ਸਮਾਂ ਜਿਹੜਾ ਹੈ ਸੰਗਤ ਜ਼ਿਆਦਾ ਹੋਣ ਕਰਕੇ ਬਾਹਰ ਬਰਾਂਡੇ ਵੀ ਨਾਲ ਰਲ ਜਾਣ। ਤਾਂ ਤੇ ਇਸੇ ਪ੍ਰਕਾਰ ਇਸ ਸਥਾਨ ਦੀ ਛੋਟੀ ਜਿਹੀ ਗਾਥਾ ਇਹ ਹੈ। ਅਤੇ ਉਸ ਤੋਂ ਬਾਅਦ ਜੋ ਕੁਛ ਆਪ ਜੀ ਦੇਖ ਰਹੇ ਹੋ, ਤਕਰੀਬਨ 850 ਤੋਂ ਉੱਤੇ ਕਮਰਾ ਹੁਣ ਬਣ ਗਿਆ। 2 ਵੱਡੇ ਲੰਗਰ ਹਾਲ ਹੈ, ਅਜਾਇਬ ਘਰ ਹੈ, ਐਡੀਟੋਰੀਅਮ ਹੈ, ਹੌਸਪੀਟਲ ਹੈ, ਔਰ ਬਾਹਰ ਵੱਡਾ ਦੀਵਾਨ ਹਾਲ ਹੈ, ਮੈਰਿਜ ਪੈਲਸ ਹੈ। ਹੋਰ ਜੋ ਕੁਛ ਸੋਲਰ ਦਾ ਜਾਂ ਹੋਰ ਬਣਿਆ, ਇਹ ਮਹਾਂਪੁਰਖਾਂ ਦੀ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਲ ਸੋਇਨ ਚਵਾਰੇ ਦੀ ਖੇਡ ਹੈ। ਨਾਮ ਉਹਨਾਂ ਨੇ ਜਪਿਆ, ਸੁੱਖ ਆਪਾਂ ਮੰਨ ਰਹੇ ਹਾਂ। ਔਰ ਉਹਨਾਂ ਦੀ ਕਿਰਪਾ ਦੇ ਨਾਲ ਬੜੀਆਂ ਹਨੇਰੀਆਂ ਵੀ ਆਈਆਂ, ਬੜੇ ਔਖੇ ਸਮੇਂ ਆਏ ਆ, ਪਰ ਹਰ ਸਮੇਂ ਔਰ ਉਹਨਾਂ ਦੀਆਂ ਅਸੀਸਾਂ ਨਾਲ ਰਹੀਆਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਗ ਸੰਗ੍ਰਹਿ ਕਰਕੇ ਹਰ ਔਖ ਸੌਖ ਦੇ ਵਿੱਚੋਂ ਸਤਿਗੁਰਾਂ ਨੇ ਕੱਢਣਾ ਕੀਤਾ। ਔਰ ਖ਼ਾਸ ਕਰਕੇ ਮੈਂ ਕਈ ਵਾਰੀ ਮਹਿਸੂਸ ਕਰਦਾ, ਘਰ ਵਿੱਚ ਬੈਠ ਕੇ ਸੰਤਗਿਰੀ ਕਰਨੀ ਬਹੁਤ ਔਖੀ ਆ। ਇੱਥੋਂ ਜਾ ਕੇ ਕੋਈ ਬਾਣਾ ਪਾ ਕੇ ਇੱਥੋਂ 50-100 ਮੀਲ ਉੱਤੇ ਜਾ ਕੇ ਬੈਠ ਜਾਵੇ, ਅਤੇ ਉਹਨੂੰ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ, ਕੋਈ ਪਤਾ ਨਹੀਂ ਹੁੰਦਾ ਕਿੱਥੋਂ ਆਇਆ, ਕਿੱਧਰੋਂ ਗਿਆ, ਕੀ ਆ। ਔਰ ਮੇਰਾ ਪਿੰਡ ਜਿਹੜਾ ਇੱਥੇ 1 ਕਿਲੋਮੀਟਰ ਦੇ ਉੱਤੇ ਆ, ਔਰ ਇੱਥੇ ਮੈਂ ਜੰਮਿਆ, ਇੱਥੇ ਪਲਿਆ। ਔਰ ਅਗਲੇ ਪੋਤੜਿਆਂ ਨੂੰ ਫੋਲਦੇ ਆ, ਮੁੱਢ ਤੋਂ ਲੈ ਕੇ ਉਹ ਜਦੋਂ ਤੋਂ ਜੰਮਿਆ ਹੁੰਦਾ ਉਦੋਂ ਤੋਂ ਲੈ ਕੇ ਪੜ੍ਹਿਆ ਇੱਥੇ ਆ ਗੜ੍ਹਦੀ ਵਾਲਾ। ਔਰ ਇੱਥੇ ਦਸੂਏ 18 ਸਾਲ ਰਿਹਾ। ਔਰ ਗੁਰੂ ਮਹਾਰਾਜ ਨੇ ਸਾਬਤ ਕਦਮੀ ਰੱਖਿਆ। ਠੀਕ ਹੈ ਭਈ ਈਰਖਾ ਜਿਹੜੀ ਆ ਉਹ ਕੁਦਰਤੀ ਆ, ਖਾਸ ਕਰਕੇ ਜਿਨ੍ਹਾਂ ਦੇ ਵਿੱਚੋਂ ਮੈਂ ਨਿਕਲਿਆ, ਮੇਰੇ ਬਰਾਬਰ ਦੇ ਸਨ, ਉਹ ਕਹਿੰਦੇ ਸਨ ਲੈ ਹੁਣ ਬਾਬਾ ਆਪਣੇ ਆਪ ਨੂੰ ਕਹਾਉਣ ਲੱਗ ਪਿਓ। ਮੈਂ ਕਾਹਨੂੰ ਬਾਬਾ ਕਹਾਉਣਾ। ਔਰ ਉਹਨਾਂ ਨੂੰ ਬੜੀ ਈਰਖਾ। ਚਲੋ ਉਹਨਾਂ ਦੀ ਮਰਜ਼ੀ, ਉਹਨਾਂ ਦੀ ਖੁਸ਼ੀ ਆ, ਉਹ ਹੁਣ ਤੱਕ ਕਰੀ ਜਾਂਦੇ ਆ। ਪਰ ਮੈਂ ਨਾ ਅੱਜ ਤੱਕ ਬਾਬਾ ਕਿਸੇ ਨੂੰ ਕਹਾਇਆ, ਨਾ ਸੰਤ ਕਹਾਇਆ, ਅਤੇ ਨਾ ਕਹਾਉਣ ਦੀ ਕੋਈ ਮਨਸ਼ਾ। ਮੈਂ ਤਾਂ ਤੁਹਾਡੇ ਵਰਗਾ ਇੱਕ ਗੁਰਸਿੱਖ ਹਾਂ। ਜਿਵੇਂ ਤੁਸੀਂ ਦੇਖਦੇ ਹੋ ਜਿੱਥੇ ਤੁਸੀਂ ਪ੍ਰਸ਼ਾਦਾ ਛਕਦੇ ਹੋ ਉੱਥੇ ਮੈਂ ਛਕਦਾ। ਔਰ ਜੇ ਸੋਫੇ 'ਤੇ ਮੈਂ ਬੈਠਾ ਅਤੇ ਤਾਂ ਵੀ ਤੁਹਾਨੂੰ ਸੋਫੇ 'ਤੇ ਬਿਠਾਈਦਾ। ਜੇ ਪੰਗਤ ਵਿੱਚ ਬਹਿੰਦੇ ਹਾਂ, ਪੰਗਤ ਵਿੱਚ ਬਹਿੰਦੇ ਹਾਂ। ਪਰ ਕਹਿਣ ਤੋਂ ਭਾਵ
ਇਹ ਸਾਰੀ ਮਹਾਂਪੁਰਖਾਂ ਦੀ ਕਿਰਪਾ, ਪੁਰਾਤਨ ਇੱਕ ਸੰਬੰਧ ਹੁੰਦਾ ਜਿਹਦੇ ਕਰਕੇ ਇਹ ਸਾਰੀਆਂ ਖੇਡਾਂ ਚੱਲਦੀਆਂ ਔਰ ਨਾਮ ਉਹਨਾਂ ਨੇ ਜਪਿਆ ਔਰ ਯਤਨ ਕੀਤਾ ਕਿ ਉਹਨਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਦਿਆਂ ਹੋਇਆਂ ਜੋ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਕਾਰਜ ਕੀਤੇ ਆ ਉਹਨਾਂ ਨੂੰ ਜਾਰੀ ਰੱਖਿਆ ਜਾਵੇ। ਮੈਂ ਇੱਕ ਜਿਵੇਂ ਆਪ ਜੀ ਅੱਜ ਦੇਖਦੇ ਹੋ ਤਕਰੀਬਨ 2200 ਤੋਂ ਉੱਪਰ OPD ਹੋਈ ਆ, ਜਿਹਦੇ ਵਿੱਚੋਂ ਤਕਰੀਬਨ 1800 ਦੇ ਕਰੀਬਨ ਆਪਰੇਸ਼ਨਾਂ ਵਾਲੇ ਬੰਦੇ ਜਿਹੜੇ ਆ ਮਰੀਜ਼ ਨਿਕਲੇ ਆ। ਔਰ ਇਹ ਆਰੰਭ ਕਿੱਥੋਂ ਹੋਇਆ ਮੈਂ ਵੀ ਆਪ ਜੀ ਨੂੰ ਦੱਸ ਦੇਵਾਂ। ਇੱਕ ਵਾਰੀ ਮੈਂ ਬਾਬਾ ਜੀ ਦੇ ਨਾਲ ਅੰਮ੍ਰਿਤਸਰ ਸਾਹਿਬ ਗਏ ਔਰ ਤੁਸੀਂ ਇਹ ਨਾ ਮਹਿਸੂਸ ਕਰਿਓ ਕਿ ਕਰਨੀ ਮਹੀਨੇ ਦੀ ਕਥਾ ਅਤੇ ਹੋਰ ਹੀ ਕਥਾ ਕਰਨ ਲੱਗ ਪਿਆ, ਪਰ ਤੁਹਾਨੂੰ ਇਹ ਗੱਲਾਂ ਯਾਦ ਨਹੀਂ ਰਹਿਣੀਆਂ, ਮੇਰੇ ਨਾਲ ਤਾਂ ਹੱਡੀ ਬੀਤੀਆਂ। ਉੱਥੇ ਡਾਕਟਰ ਹਰਚਰਨ ਸਿੰਘ ਹੁੰਦੇ ਸੀ, ਪ੍ਰਿੰਸੀਪਲ ਮੈਡੀਕਲ ਕਾਲਜ ਦੇ, ਔਰ ਬਾਬਾ ਜੀ ਦੇ ਮਨ ਵਿੱਚ ਇਹ ਬੜੀ ਹੁੰਦੀ ਸੀ ਜਿਹਨੂੰ ਅੰਧਰਾਤਾ ਸਾਦੇ ਆ, ਜਦੋਂ ਕੈਟਰਕ ਆ ਜਾਂਦਾ ਜਿਸ ਨੂੰ ਹਟ ਜਾਂਦਾ। ਉਹਨਾਂ ਕੋਲ ਬੈਠੇ, ਬੜਾ ਪ੍ਰੇਮ ਸੀ ਉਹਨਾਂ ਦੇ ਨਾਲ। ਬਾਬਾ ਜੀ ਕਹਿਣ ਲੱਗੇ, ਡਾਕਟਰ ਸਾਹਿਬ ਆਹ ਜਿਹੜਾ ਅੰਧਰਾਤਾ ਹੋ ਜਾਂਦਾ ਇਹਦਾ ਕੋਈ ਇਲਾਜ ਹੈਗਾ? ਉਹ ਕਹਿੰਦੇ ਹਾਂ ਅੱਜ ਕੱਲ੍ਹ ਹੈਗਾ ਜੀ, ਬਹੁਤ ਸੌਖਾ ਇਲਾਜ ਆ। ਕਹਿੰਦੇ ਕੀ ਆ? ਕਹਿੰਦੇ ਉਹਨਾਂ ਨੇ ਇੱਕ ਉਦਾਹਰਣ ਦਿੱਤੀ। ਕਹਿਣ ਲੱਗੇ ਬਾਬਾ ਜੀ ਜਿਸ ਤਰ੍ਹਾਂ ਆਪਾਂ ਹੁੰਦੇ ਆ, ਜਦੋਂ ਆਪਾਂ ਜਨਮ ਲੈਂਦਾ ਬੱਚਾ, ਬਾਲ ਕੇਸ ਜਿਹੜੇ ਆ ਉਹਦੇ ਕਾਲੇ ਹੁੰਦੇ ਆ, ਜਵਾਨੀ ਤੱਕ ਕਾਲੇ ਰਹਿੰਦੇ, 40-45 ਸਾਲ ਤੱਕ, ਜਦੋਂ ਬੁਢੇਪਾ ਆ ਜਾਂਦਾ ਚਿੱਟਾ ਹੋ ਜਾਂਦੇ ਆ। ਇਸੇ ਪ੍ਰਕਾਰ ਅੱਖ ਵਿੱਚ ਪ੍ਰਮਾਤਮਾ ਨੇ ਇੱਕ ਲੈਂਜ਼ ਪਾਇਆ, ਉਹ ਇੱਕ ਪ੍ਰਮਾਤਮਾ ਦਾ ਬਣਾਇਆ ਹੋਇਆ ਲੈਂਜ਼ ਹੈ, ਔਰ ਉਮਰ ਦੇ ਨਾਲ ਜਿਹੜਾ ਉਹ ਲੈਂਜ਼ ਜਿਹੜਾ ਧੁੰਦਲਾ ਹੋ ਜਾਂਦਾ, ਚਿੱਟਾ ਹੋ ਜਾਂਦਾ, ਜਿਹਦੇ ਕਰਕੇ ਪਿੱਛੇ ਲੋ ਤਾਂ ਹੁੰਦੀ ਆ ਪਰ ਮੋਹਰੇ ਦਿਸਦਾ ਨਹੀਂ। ਕਹਿੰਦੇ ਫਿਰ ਕੀ ਇਹਦਾ ਇਲਾਜ ਆ? ਕਹਿੰਦੇ ਇਸੇ ਪ੍ਰਕਾਰ ਉਹਨੂੰ ਕੱਢ ਦਿੱਤਾ ਜਾਂਦਾ, ਇੱਕ 10 ਨੰਬਰ ਦੀ ਐਨਕ ਲਾ ਦਿੱਤੀ ਜਾਂਦੀ ਹੈ, ਪੂਰਾ ਦਿਸਣ ਲੱਗ ਜਾਂਦਾ। ਬਾਬਾ ਜੀ ਕਹਿਣ ਲੱਗੇ ਬਹੁਤ ਮੌਜ ਆ, ਫਿਰ ਤਾਂ ਸਾਡੇ ਇਲਾਕੇ 'ਚ ਤਾਂ ਬਹੁਤ ਹੀ ਬਿਮਾਰੀ ਆ, ਕਈ ਵਿਚਾਰੇ ਆਪਣੇ ਰੋਜ਼ੀ ਰੋਟੀ ਕਮਾਉਣ ਤੋਂ ਵੀ ਤੰਗ ਆ। ਅਤੇ ਉਸ ਵੇਲੇ ਕਹਿਣ ਲੱਗੇ ਨਹੀਂ ਸੀ ਅਸੀਂ ਇੰਤਜ਼ਾਮ ਕਰ ਦੇਵਾਂਗੇ। ਉਹਨਾਂ ਨੇ ਕਿਹਾ ਵੀ ਅਸੀਂ ਉੱਥੇ ਇੱਕ ਕੈਂਪ ਲਾਵਾਂਗੇ। ਉਦੋਂ ਆਹ ਬੋੜਾਂ ਵਗੈਰਾ ਸਾਰੀਆਂ ਇਹ ਤਕਰੀਬਨ ਕੱਢ ਦਿੱਤੀਆਂ ਸੀ। ਪਰਲੀ ਵਾਲੀ ਇੱਕ ਬੋੜ ਹੁੰਦੀ ਸੀ, ਔਰ ਉਸ ਸਮੇਂ ਨਾ ਇੱਥੇ ਕੋਈ ਪਿੰਡਾਂ ਵਿੱਚੋਂ ਮੰਜੇ ਮੰਗ ਕੇ ਲਿਆਏ ਜਾਂਦੇ ਸਨ ਮਰੀਜ਼ਾਂ ਦੇ ਆਪਣੇ ਲੰਮੇ ਪੈਣ ਵਾਸਤੇ, ਔਰ ਕਹਿਣਾ ਆਪਣਾ ਬਿਸਤਰਾ ਲੈ ਕੇ ਆਓ, ਕਿਉਂਕਿ ਪਿੰਡਾਂ ਵਾਲੇ ਬਿਸਤਰਾ ਵੀ ਨਹੀਂ ਦਿੰਦੇ ਸੀ। ਤਾਂ ਤੇ ਇੱਕ ਵਾਰੀ ਤਾਂ ਐਸਾ ਵੀ ਹੋ ਗਿਆ, ਪਿੰਡਾਂ ਵਾਲਿਆਂ ਨੇ ਮੰਜੇ ਦੇਣ ਤੋਂ ਵੀ ਨਾਂਹ ਕਰ ਦਿੱਤੀ, ਕਿਉਂਕਿ ਕਰਤਾਰ ਸਿੰਘ ਜਥੇਦਾਰ ਹੁੰਦਾ ਸੀਗਾ, ਉਹ ਕਈ ਵਾਰੀ ਸਖਤੀ ਵਰਤ ਜਾਂਦਾ ਸੀ। ਕਹਿੰਦੇ ਸਾਡੇ ਨਿਆਣਿਆਂ ਨੂੰ ਤੁਸੀਂ ਸਮਾਗਮ ਵਿੱਚੋਂ ਬਾਹਰ ਕੱਢ ਦਿੰਦੇ, ਤੁਹਾਨੂੰ ਮੰਜੇ ਨਹੀਂ ਦੇਣੇ। ਬਾਬਾ ਜੀ ਕਹਿਣ ਲੱਗੇ ਚਲੋ ਨਹੀਂ ਦੇਣੇ ਤਾਂ ਕੀ ਆਪਾਂ ਹੋਰ ਕਿਸੇ ਪਿੰਡ ਤੋਂ ਮੰਗ ਲਿਆਉਂਦੇ ਆ। ਔਰ ਪਿੰਡਾਂ 'ਚੋਂ ਮੰਜੇ ਮੰਗ ਕੇ ਲਿਆ ਕੇ ਉਹਨਾਂ ਨੂੰ ਸਰਦਾਰ ਪ੍ਰੀਤਮ ਸਿੰਘ ਡੇਅਰੀ ਫਾਰਮ ਵਾਲੇ ਮੈਨੇਜਰ ਹੁੰਦੇ ਸੀ ਦਸੂਹੇ, ਉਹਨਾਂ ਕੋਲੋਂ ਤੰਬੂ ਲਿਆਉਣੇ ਔਰ ਮਰੀਜ਼ਾਂ ਨੂੰ ਉਹ ਲਾ ਕੇ ਤਾਂ ਉਹਨਾਂ ਵਿੱਚ ਫਿਰ ਉਹਨਾਂ ਦਾ ਇਲਾਜ ਕਰਨਾ। ਔਰ ਆਪਰੇਸ਼ਨ ਥੀਏਟਰ ਇੱਧਰ ਜਿੱਥੇ ਪੁਰਾਣੀ ਲਾਇਬ੍ਰੇਰੀ ਹੁੰਦੀ ਸੀ ਇਹ ਹੁੰਦਾ ਸੀ। ਔਰ ਉਸ ਸਮੇਂ ਮੈਂ ਫਿਰ ਮੁੜ ਕੇ ਪਿੱਛੇ ਨੂੰ ਜਾਵਾਂ, ਡਾਕਟਰ ਹਰਚਰਨ ਸਿੰਘ ਉਹਨਾਂ ਨੇ ਇੱਕ ਆਪਣਾ ਡਾਕਟਰ ਭੇਜਿਆ ਅਤੇ ਨਾਲ ਇੱਕ ਬੰਦਾ ਵੀ ਜਾਓ ਦੇਖ ਕੇ ਆਓ, ਜਿੱਥੇ ਮਹਾਂਪੁਰਖ ਕਹਿੰਦੇ ਆ ਵੀ ਕੈਂਪ ਲਾਉਣਾ ਉੱਥੇ ਕਿੰਨੇ ਕੁ ਮਰੀਜ਼ ਆ ਜਾਣਗੇ। ਉਹ ਆਇਆ, ਉਹਨੂੰ ਦੇਖਿਆ ਇੱਥੇ ਉਜੜਿਆ ਥਾਂ ਆ, ਕੋਈ ਪਿੰਡ ਨੇੜੇ ਨਹੀਂ ਨਾ ਕੋਈ ਹੋਰ। ਉਹਨੇ ਜਾ ਕੇ ਰਿਪੋਰਟ ਦੇ ਦਿੱਤੀ ਕਿ ਡਾਕਟਰ ਸਾਹਿਬ ਸਰ ਕਹਿੰਦੇ ਸੀ ਸਰ ਜੇ ਉੱਥੇ ਕੋਈ ਵੱਧ ਤੋਂ ਵੱਧ 20 ਜਾਂ 25 ਆ ਜਾਣਗੇ ਆਲੇ ਦੁਆਲੇ ਤੋਂ, ਉੱਥੇ ਤਾਂ ਬੰਦਾ ਉੱਦਾਂ ਹੀ ਡਰਦਾ ਜਾਣ ਤੋਂ, ਤਾਂ ਉੱਥੇ ਮਰੀਜ਼ ਕਿਉਂ ਆਉਣਾ। ਉਹ ਕਰਨ ਤੋਂ ਬਾਅਦ ਬਾਬਾ ਜੀ ਨੇ ਸਾਨੂੰ ਕਿਹਾ ਇੱਥੋਂ ਲੈ ਲਓ ਆਪਣੀ ਰਕਸ਼ਾ, ਆਲੇ ਦੁਆਲੇ ਇੱਕ ਟੈਂਪੂ ਜਿਹਾ ਕੀਤਾ, ਉਹਦੇ ਨਾਲ ਆਲੇ ਦੁਆਲੇ ਅਨਾਊਂਸਮੈਂਟ ਕੀਤੀ। ਜਦੋਂ ਉਹ ਡਾਕਟਰ ਆਏ ਉੱਥੋਂ, ਡਾਕਟਰ ਮਾਨ ਸਿੰਘ ਨਿਰੰਕਾਰੀ, ਇੱਕ ਡਾਕਟਰ ਬਵੇਜਾ ਸੀ ਉਸ ਵੇਲੇ, ਹੁਣ ਸ਼ਾਇਦ ਜਲੰਧਰੋਂ ਪ੍ਰੈਕਟਿਸ ਕਰਦੇ ਆ, ਬਹੁਤ ਬਜ਼ੁਰਗ ਹੋ ਗਏ ਆ। ਜਦੋਂ ਉਹਨਾਂ ਨੇ OPD ਸ਼ੁਰੂ ਕੀਤੀ ਇੱਥੇ ਤਕਰੀਬਨ 2,500-3 ਹਜ਼ਾਰ ਬੰਦੇ ਤੋਂ ਉੱਪਰ ਆ ਗਿਆ। ਉਹਨਾਂ ਨੂੰ ਹੱਥਾਂ ਪੈਰਾਂ ਦੀ ਹੋ ਗਈ। ਉਹਨੂੰ ਕਹਿਣਗੇ ਤੂੰ ਕਹਿੰਦਾ ਸੀ 25-30 ਮਰੀਜ਼ ਆਉਣਗੇ, ਇਹ ਤਾਂ 2,000 ਬੰਦਾ ਆ ਗਿਆ। ਫਿਰ ਉਹਨਾਂ ਨੇ ਉਸੇ ਵੇਲੇ ਖੜੇ ਪੈਰ, ਕਿਉਂਕਿ ਮੈਡੀਕਲ ਇੰਸਟੀਟਿਊਸ਼ਨ ਜਿਹੜਾ ਅੰਮ੍ਰਿਤਸਰ ਦਾ ਉਹਦੇ ਉਹ ਹੈੱਡ ਸਨ, ਨਾਲ ਪ੍ਰਿੰਸੀਪਲ ਸਨ, ਨਾਲ ਹਾਰਟ ਦੇ ਉਹ ਸਭ ਤੋਂ ਟੌਪ ਦੇ ਡਾਕਟਰ ਸਨ। ਉਹਨਾਂ ਨੇ ਫਿਰ ਜਲੰਧਰ ਮੋਬਾਈਲ ਟੀਮ ਜਿਹੜੀ ਸੀ ਸੱਦੀ,
ਤਕਰੀਬਨ 15 ਦਿਨ ਲਗਾਤਾਰ ਕੈਂਪ ਚੱਲਦਾ ਰਿਹਾ। ਉਸ ਵੇਲੇ ਜੇ ਹਾਲਾਤ ਕਿੱਦਾਂ ਦੀ ਇਹੋ ਜਿਹੀ ਹੁੰਦੀ ਸੀ, ਹੁਣ ਤਾਂ ਅੱਜ ਆਪਰੇਸ਼ਨ ਕਰਾਓ ਲੈਂਸ ਪੈ ਗਿਆ, ਸ਼ਾਮ ਨੂੰ ਆਪਰੇਸ਼ਨ ਕੀਤਾ, ਸਵੇਰੇ ਤੋੜ ਦਿੱਤਾ ਜਾਂਦਾ। ਉੱਥੇ 3 ਦਿਨ ਘੱਟੋ ਘੱਟ 2 ਦਿਨ ਸਿੱਧੇ ਪਾਉਣਾ ਉਹਨਾਂ ਨੂੰ, ਅਤੇ ਪਿਸ਼ਾਬ ਵੀ ਵਾਸ਼ਰੂਮ ਵੀ ਉਹਨਾਂ ਨੂੰ ਮੰਜਿਆਂ ਉੱਤੇ ਕਰਾਉਣਾ। ਆ ਭੁਪਿੰਦਰ ਸੋਹਣੀ ਵੀ ਆ, ਇਹ ਉਹ ਲੋਟੇ ਜਿਹੇ ਫੜ ਕੇ ਉਹਨਾਂ ਨੂੰ ਇਕੱਲੇ ਨੂੰ ਉਹ ਵਾਸ਼ਰੂਮ ਕਰਾਉਣਾ, ਫੜ ਕੇ ਕਰਾਉਣਾ। ਕੋਈ ਇੱਥੇ ਲੈਟਰੀਨ ਬਾਥਰੂਮ ਨਹੀਂ ਸਨ ਹੁੰਦੀਆਂ ਸਨ, ਬੜਾ ਅਜੀਬ ਜਿਹਾ ਜੀ, ਖਿਚੜੀ ਖਾਣ ਨੂੰ ਦੇਣੀ, ਅਤੇ ਇਸ ਪ੍ਰਕਾਰ ਦਾ ਸੀ। ਫਿਰ ਇੱਕ ਵਾਰੀ ਹੋਰ ਮੈਂ ਜਦੋਂ ਫਿਰ ਉਸੇ ਕਾਰਜ ਨੂੰ ਆਰੰਭ ਕਰਦਿਆਂ ਹੋਇਆਂ, ਅਤੇ ਹਰ ਮਹੀਨੇ ਫਿਰ ਇਹ ਕੈਂਪ ਲਾਇਆ ਜਾਂਦਾ ਸੀ। ਉਸ ਤੋਂ ਬਾਅਦ ਫਿਰ ਜਿਹੜੇ ਮਰੀਜ਼ ਬਹੁਤੇ ਹੋਣ ਕਰਕੇ ਫਿਰ ਸਾਲ 'ਚ 2 ਵਾਰੀ ਹੋ ਗਿਆ। 2 ਵਾਰੀ ਤੋਂ ਬਾਅਦ ਫਿਰ ਤਕਰੀਬਨ 1900 ਅੰਦਾਜ਼ਨ 80 ਦੇ ਨੇੜੇ ਤੇੜੇ ਆਪਣੇ 1990 ਦੇ ਵਿੱਚ ਤਕਰੀਬਨ ਹਰ ਹਫ਼ਤੇ ਫਿਰ ਆਪਰੇਸ਼ਨ ਕਰਨੇ ਸ਼ੁਰੂ ਕਰ ਦਿੱਤੇ। ਫਿਰ ਸੁਪਰੀਮ ਕੋਰਟ ਨੇ ਬੰਦ ਕਰ ਦਿੱਤਾ ਕਿ ਲੋਕ ਆਪਣੀ ਵਾਹਵਾ ਕੱਟਣ ਵਾਸਤੇ ਜਿਹੜਾ ਹੈ ਉਹ ਆਪਰੇਸ਼ਨ ਕਰ ਦਿੰਦੇ ਕਿਸੇ ਸਕੂਲ ਵਿੱਚ, ਪਰ ਆਪਰੇਸ਼ਨ ਖਰਾਬ ਹੋ ਜਾਂਦੇ, ਮਰੀਜ਼ਾਂ ਦੀਆਂ ਅੱਖਾਂ ਜਾਂਦੀਆਂ ਲੱਗਦੀਆਂ, ਲਾਈਟ ਦੇ ਬਜਾਏ ਸਦਾ ਵਾਸਤੇ ਉਹ ਅੰਧਰਾਤਾ ਉਹਨਾਂ ਨੂੰ ਹੋ ਜਾਂਦਾ। ਔਰ ਉਹਨਾਂ ਨੇ ਫਿਰ ਕਿਹਾ ਕਿ ਇੱਕ ਮਨਜ਼ੂਰਸ਼ੁਦਾ ਹੌਸਪੀਟਲ ਵਿੱਚ ਹੀ ਆਪਰੇਸ਼ਨ ਕਰਾਏ ਜਾ ਸਕਦੇ। ਫਿਰ ਅਸੀਂ 5 ਸਾਲ ਲਗਾਤਾਰ OPD ਇੱਥੇ ਕਰਨੀ ਹੈ, ਔਰ ਜਲੰਧਰ ਉੱਥੇ ਸਾਰਾ ਇੰਤਜ਼ਾਮ ਕਰਕੇ 1.5 ਮਹੀਨਾ ਇੱਥੋਂ ਮਰੀਜ਼ਾਂ ਨੂੰ ਖੜਨ ਤੋਂ ਬਾਅਦ ਉੱਥੇ ਰੋਟੀ ਪਾਣੀ ਦਾ ਪ੍ਰਬੰਧ ਕਰਨਾ, ਉਹਨਾਂ ਨੂੰ ਲਿਆਉਣਾ, ਘਰੋਂ ਘਰੀ ਪਹੁੰਚਾਉਣਾ, ਇਹ ਸਿਲਸਿਲਾ ਚੱਲਦਾ ਰਿਹਾ। ਔਰ 2008 ਤੋਂ ਲੈ ਕੇ ਫਿਰ ਆਪਣਾ ਹੀ ਇੱਥੇ ਅਸੀਂ ਹੌਸਪੀਟਲ ਬਣਾ ਲਿਆ, ਜਿਹਦੇ ਵਿੱਚ ਤਕਰੀਬਨ 2 ਜਾਪਾਨ ਦੀਆਂ ਮਾਈਕਰੋਸਕੋਪ ਜਿੰਨੀ ਆਪਰੇਸ਼ਨ ਥੀਏਟਰ ਦਾ ਸਮਾਨ ਹੁੰਦਾ ਜਾਂ ਜੋ ਇੱਕ ਵੱਡੇ ਹੌਸਪੀਟਲ ਵਿੱਚ ਹੁੰਦਾ, ਸਾਰੀ ਮਸ਼ੀਨਰੀ ਜਿਹੜੀ ਜਾਪਾਨ ਤੋਂ, ਜਿਹਦੀ ਸੇਵਾ ਸ਼ੇਰ ਜੰਗ ਬਹਾਦਰ ਸਿੰਘ ਮਾਛੀਆਂ ਵਾਲੇ ਜੋ ਜਾਪਾਨ ਰਹਿੰਦੇ ਉਹਨਾਂ ਨੇ ਕੀਤੀ ਆ, ਕੁਝ ਸੰਗਤ ਨੇ ਕੀਤੀ ਆ। ਜਿਹੜਾ ਅੱਜ ਵੀ ਤੁਸੀਂ ਦੇਖਿਆ ਤਕਰੀਬਨ 2200-2300 ਮਰੀਜ਼ ਆਏ ਆ, ਜਿਨ੍ਹਾਂ ਤੋਂ 1800 ਆਪਰੇਸ਼ਨਾਂ ਵਾਲੇ ਨਿਕਲੇ ਆ, ਅਜੇ ਤਾਂ ਚੱਲ ਰਿਹਾ। ਔਰ ਹੁਣ 5 ਡਾਕਟਰ ਆ ਜਿਹੜੇ ਵਾਰੀ ਹਰ ਰੋਜ਼ ਪੱਕਾ ਸਟਾਫ ਆ, ਤਕਰੀਬਨ ਉਹ ਚੱਲਦਾ। ਕਹਿਣ ਤੋਂ ਭਾਵ ਇੱਕ ਤਾਂ ਉਹ ਪਰਉਪਕਾਰ ਦਾ ਕੰਮ ਜੋ ਬਾਬਾ ਜੀ ਨੇ ਆਰੰਭ ਕੀਤਾ ਸੀ, ਉਹ ਯਤਨ ਕੀਤਾ ਉਹਨੂੰ ਪੂਰਨ ਤੌਰ 'ਤੇ ਉਸੇ ਤਰ੍ਹਾਂ ਹੀ ਜਾਰੀ ਰੱਖਿਆ ਜਾ ਸਕੇ। ਦੂਜਾ ਉਹਨਾਂ ਦੇ ਮਨ ਵਿੱਚ ਇਹ ਸੀ, ਉਹਨਾਂ ਨੇ ਭਾਈ ਵੀਰ ਸਿੰਘ ਹੋਰਾਂ ਦਾ ਲਿਟਰੇਚਰ ਕੁਛ ਲੈ ਆਉਣਾ, ਕੁਛ ਜਿਹੜੀਆਂ ਪਿਆਰ ਵਾਲੀਆਂ ਸੰਗਤਾਂ ਹੋਣੀਆਂ ਉਹਨਾਂ ਨੂੰ ਦੇਣਾ ਵੀ ਭਾਈ ਪੜ੍ਹਿਓ, ਕਿਸੇ ਨੂੰ ਗੁਰਮਤਿ ਦੀ ਜਾਗ ਲੱਗੇ। ਇੱਕ ਭਗਤਮਾਲ ਗ੍ਰੰਥ ਉਹਨਾਂ ਦਾ ਹੁੰਦਾ ਸੀ, ਉਹਨਾਂ ਦੇ ਹੱਥ ਵਿੱਚ ਆਇਆ, ਪਹਿਲਾਂ ਉਹਨਾਂ ਨੇ ਸਾਰਾ ਸੁਣਿਆ। ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦਾ ਨਾਮ ਆਉਂਦਾ, ਚਾਹੇ ਦ੍ਰੋਪਦੀ ਆ, ਚਾਹੇ ਗਨਕਾ ਆ, ਚਾਹੇ ਵਾਲਮੀਕ ਹੈ, ਚਾਹੇ ਅਜਾਮਲ ਹੈ, ਬਾਕੀ ਭਗਤ ਤਾਂ ਜਿਹੜੇ ਹਨ ਉਹਨਾਂ ਦਾ ਹੈ ਹੀ। ਜਿਹੜੇ ਪੁਰਾਤਨ ਹੋਏ ਆ ਉਹਨਾਂ ਦਾ ਜੋ ਇਤਿਹਾਸ ਸੀ ਉਹ ਸਾਧ ਭਾਗਾ ਵਿੱਚ ਸੀ, ਉਹਨੂੰ ਪੰਜਾਬੀ ਵਿੱਚ ਲੱਥਾ ਕਰਾ ਕੇ ਅਤੇ ਉਹ ਗੁਰਮਤਿ ਦੇ ਪਾਂਧੀ ਰਦੂਪ ਵਿੱਚ ਉਹਨਾਂ ਨੇ ਇੱਕ ਗ੍ਰੰਥ ਛਪਾਇਆ ਜੋ ਮੋਖ ਰਹਿਤ ਉਹਨਾਂ ਨੇ ਵੰਡਣਾ ਆਰੰਭ ਕੀਤਾ। ਔਰ ਉਸ ਤੋਂ ਬਾਅਦ ਹੁਣ ਵੀ ਉਹ ਚੱਲ ਰਿਹਾ ਹੈਗਾ, ਅਤੇ ਉਸੇ ਪ੍ਰਚਾਰ ਨੂੰ ਮੁੱਖ ਰੱਖ ਕੇ ਗੁਰੂ ਮਹਾਰਾਜ ਜੀ ਨੇ ਦੀ ਰਹਿਮਤ ਦਾ ਸਦਕਾ ਅਤੇ ਮਹਾਂਪੁਰਖਾਂ ਦੀ ਆਸ਼ੀਰਵਾਦ ਦਾ ਸਦਕਾ ਤਕਰੀਬਨ 45 ਤੋਂ ਉੱਪਰ ਬੁੱਕਸ ਲਿਖ ਕੇ ਫ੍ਰੀ ਜਿਹੜੀਆਂ ਉਹ ਸੰਗਤਾਂ ਦੇ ਰੂਬਰੂ ਕੀਤੀਆਂ ਗਈਆਂ। ਔਰ ਜਿਹਦਾ ਹੈ ਅਸਰ ਹਰ ਸੰਗਰਾਂਦ ਨੂੰ 50 ਤੋਂ ਲੈ ਕੇ 70 ਤੱਕ ਉਹ ਪੁਸਤਕਾਂ ਪੜ੍ਹ ਕੇ ਹੀ ਅੰਮ੍ਰਿਤ ਛਕਣ ਵਾਸਤੇ ਆਉਂਦੀਆਂ। ਹਰ ਸਾਲ 40 ਟਨ ਦਾ ਕੰਟੇਨਰ ਇੱਕ ਪੂਰਾ ਅਮਰੀਕਾ ਭੇਜਿਆ ਜਾਂਦਾ, 20 ਟਨ 2 ਵਾਰੀ ਕੈਨੇਡਾ, ਆਸਟ੍ਰੇਲੀਆ ਸਕਿੱਟਾਂ ਭੇਜੀਆਂ ਜਾਂਦੀਆਂ। ਔਰ UK ਵਿੱਚ ਹਰ ਪੁਸਤਕ ਦੇ ਉੱਤੇ ਲਿਖਿਆ ਹੋਇਆ ਕਿੱਥੋਂ ਤੁਹਾਨੂੰ ਫ੍ਰੀ ਬੁੱਕਸ ਮਿਲ ਸਕਦੀਆਂ। ਫਿਰ ਕੁਛ ਪ੍ਰੇਮੀਆਂ ਨੇ ਇਹ ਆਪਣੀ ਮਜਬੂਰੀ ਜ਼ਾਹਰ ਕੀਤੀ, ਅਸੀਂ ਪੁਸਤਕਾਂ ਪੜ੍ਹ ਨਹੀਂ ਸਕਦੇ। ਫਿਰ ਭੁਜੰਗੀ ਕਾਕਾ ਭੁਪਿੰਦਰ ਸਿੰਘ ਦਾਸ ਦਾ ਜਿਹੜਾ ਟੋਰਾਂਟੋ ਰਹਿੰਦੇ ਆ, ਇਹਨਾਂ ਨੇ ਉਦਮ ਕੀਤਾ, ਸਾਰੀਆਂ ਬੁੱਕਸ ਨੂੰ ਆਡੀਓ ਰੂਪ ਦੇ ਦਿੱਤਾ, USB ਡਰਾਈਵ ਬਣਾ ਦਿੱਤਾ, ਔਰ ਉਹ ਤੁਸੀਂ ਸਾਰੀਆਂ ਪੁਸਤਕਾਂ ਸੁਣ ਸਕਦੇ ਹੋ।
ਔਰ ਉਸ ਤੋਂ ਬਾਅਦ ਫਿਰ ਐਪ ਬਣਾ ਦਿੱਤੀ। ਔਰ ਐਪ ਹਰ ਮਨੁੱਖ ਦੇ ਕੋਲ ਜਿਹੜਾ ਹੈ ਸਾਰੀਆਂ ਪੁਸਤਕਾਂ ਜਨ ਪੜ੍ਹਨੀਆਂ ਪੜ੍ਹ ਵੀ ਸਕਦਾ, ਡਾਊਨਲੋਡ ਕਰਨੀਆਂ ਡਾਊਨਲੋਡ ਵੀ ਕਰ ਸਕਦਾ ਔਰ ਸੁਣ ਵੀ ਸਕਦਾ। ਜਿੰਨੇ ਸਮਾਗਮ ਆ ਉਹ ਵੀ YouTube ਦੇ ਪਏ ਆ। ਕਹਿਣ ਤੋਂ ਭਾਵ ਨਵੀਂ ਟੈਕਨੋਲੋਜੀ ਨੂੰ ਇਹਨਾਂ ਨੇ ਵਰਤ ਕੇ ਅਤੇ ਉਹਦੇ ਵਿੱਚ ਹੋਰ ਵਾਧਾ ਕੀਤਾ ਤਾਂ ਤੇ ਹੋਰ ਵੀ ਜਿਹੜੀਆਂ ਚੰਗੀਆਂ ਸਾਤੋਂ ਬਾਬਾ ਨਾਨਕ ਜਿੱਥੇ ਬਾਬਾ ਪੈਰ ਧਰੇ ਜਾਂ ਪ੍ਰਗਟ ਪਏ ਗੁਰੂ ਤੇਗ ਬਹਾਦਰ, ਇਹ 3 ਪੁਸਤਕਾਂ ਭਾਈ ਭੁਪਿੰਦਰ ਸਿੰਘ ਉਹਨਾਂ ਨੇ ਆਪ ਲਿਖੀਆਂ, ਨਾਲ ਇੰਗਲਿਸ਼ ਉਹਨਾਂ ਦਾ ਉਲਥਾ ਕਰਕੇ ਸੰਗਤਾਂ ਦੀ ਭੇਟਾ ਕੀਤਾ। ਕਹਿਣ ਤੋਂ ਭਾਵ 2 ਉਹਨਾਂ ਦੇ ਮੁੱਖ ਕਾਰਜ ਸਨ, ਇੱਕ ਲੋਕ ਭਲਾਈ ਦਾ, ਇੱਕ ਗੁਰਮਤਿ ਦੇ ਪ੍ਰਚਾਰ ਦਾ। ਦੋਨੇ ਤਕਰੀਬਨ ਚੱਲ ਰਹੇ ਆ ਔਰ ਉਹਨਾਂ ਮਹਾਂਪੁਰਖਾਂ ਦੇ ਭਜਨ ਦੀ ਬਦੌਲਤ ਔਰ ਸਤਿਗੁਰੂ ਦੀ ਰਹਿਮਤ ਦਾ ਸਦਕਾ। ਔਰ ਅੱਜ ਦਾ ਜੋ ਸਮਾਗਮ ਹੈ ਇਹ ਉਹ ਜੋ ਪਹਿਲੀ ਵਾਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਸਥਾਨ 'ਤੇ ਚਰਨ ਪਾਏ ਆ, ਉਸ ਦਿਨ ਨੂੰ ਸਮਰਪਿਤ ਇਹ ਪਰਸੋਂ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਰੱਖਿਆ ਗਿਆ ਅਤੇ ਕੱਲ੍ਹ ਮੱਧ ਸੀ, ਅੱਜ ਭੋਗ ਪਿਆ। ਔਰ ਇਹ ਜੋ ਕਿਉਂਕਿ ਕੱਲ੍ਹ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਹਿਲਾ ਆਦਿ ਬੀੜ ਦਾ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ, ਉਹ ਵੀ ਦਿਨ ਕੱਲ੍ਹ ਬਤੀਤ ਹੋਇਆ। ਔਰ ਉਹਦੇ ਉੱਤੇ ਵੀ ਆਪਾਂ ਸਮਾਂ ਮੈਂ ਥੋੜ੍ਹਾ ਜਿਹਾ ਜ਼ਿਆਦਾ ਲੈ ਲੈਣਾ ਅੱਜ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਭ ਤੋਂ ਸਿਰਮੌਰ ਹੈ। ਕਿਉਂ ਸਿਰਮੌਰ ਹੈ? ਅਸੀਂ ਤਾਂ ਕਹਿੰਦੇ ਹੀ ਹਾਂ, ਪਰ ਇੱਕ ਵਾਰੀ ਜੋ ਮੈਂ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਾ, ਜੋ ਭਾਈ ਵੀਰ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਥਿਆ ਪੋਥੀਆਂ ਦੇ ਰੂਪ ਵਿੱਚ ਟੀਕਾ ਕੀਤਾ, ਉਹਦੀ ਭੂਮਿਕਾ ਦੇ ਵਿੱਚ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਉਥਾਨਕਾ ਵਿੱਚ ਇਹ ਲੇਖ ਲਿਖਿਆ। 1899 ਦੀ ਵਿਸਾਖੀ ਨੂੰ ਜਦੋਂ ਖਾਲਸਾ ਪੰਥ ਨੇ ਆਪਣਾ 200 ਸਾਲਾ ਮਨਾਉਣਾ ਸੀ, ਤਦੋਂ ਸਾਰੇ ਜਿਹੜੇ ਚੀਦਾ ਸਨ ਭਾਵਮੁਖੀ ਸਿੱਖ ਇਕੱਠੇ ਹੋ ਕੇ ਉਹਨਾਂ ਨੇ ਵਿਚਾਰ ਕੀਤੇ ਆਪਾਂ ਕਿਸੇ ਨੂੰ ਮੁੱਖ ਮਹਿਮਾਨ ਕਿਹਨੂੰ ਸੱਦੀਏ, ਕਿਉਂਕਿ ਉਸ ਵੇਲੇ 1899 ਨੂੰ ਅੰਗਰੇਜ਼ਾਂ ਦਾ ਰਾਜ ਸੀ। ਉਸ ਵੇਲੇ ਸਾਰਿਆਂ ਨੇ ਵਿਚਾਰ ਕੀਤੀ ਕਿ ਮੈਕਾਲਫ ਜਿਹੜਾ ਹੈ ਇਸ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਧਿਆਨ ਕੀਤਾ ਔਰ ਸਿੱਖ ਹਿਸਟਰੀ ਵੀ ਇਸ ਨੇ ਪੜ੍ਹੀ ਆ ਔਰ ਡਿਪਟੀ ਕਮਿਸ਼ਨਰ ਤੋਂ ਲੈ ਕੇ ਅਤੇ ਬੜੇ ਉੱਚ ਅਹੁਦੇ ਤੱਕ ਰਿਹਾ, ਸਿੱਖ ਧਰਮ ਦੀ ਪੂਰੀ ਵਾਕਫੀਅਤ ਇਹਨੂੰ ਆ, ਕਿਉਂ ਨਾ ਆਪਾਂ ਉਸ ਨੂੰ ਮੁੱਖ ਮਹਿਮਾਨ ਦੇ ਤੌਰ 'ਤੇ ਸੱਦਿਆ ਜਾਵੇ। ਸੱਦਾ ਪੱਤਰ ਭੇਜਿਆ ਗਿਆ। 1899 ਈਸਵੀ ਨੂੰ ਬੁੰਗਾ ਅਕਾਲ ਤਖਤ ਸਾਹਿਬ ਉੱਥੇ ਆ ਕੇ ਜੋ ਲੈਕਚਰ ਦਿੱਤਾ ਤੁਸੀਂ ਪੜ੍ਹ ਸਕਦੇ ਹੋ। ਮੈਂ ਵੀ ਆਪਣੀਆਂ ਪੁਸਤਕਾਂ ਜਿਹੜੀਆਂ ਉਹਨਾਂ ਦੇ ਮੁੱਢ ਵਿੱਚ ਲਿਖਿਆ, ਸ਼ਬਦ ਗੁਰ ਪੀਰਾ ਜਾਂ ਗੁਰੂ ਗ੍ਰੰਥ ਸਾਹਿਬ ਦਰਸ਼ਨ, ਉਹ ਕਹਿੰਦੇ ਦੇਖੋ ਸਿੱਖ ਧਰਮ ਵਿੱਚ ਸਭ ਤੋਂ ਵੱਡਾ ਵਾਧਾ ਕੀ ਆ? 2 ਵਾਧੇ ਆ। ਸਭ ਤੋਂ ਪਹਿਲਾਂ ਸਿੱਖ ਕੌਮ ਜਿਹੜੀ ਆ ਇੱਕੋ ਇੱਕ ਦੁਨੀਆ ਵਿੱਚ ਕੌਮ ਹੈ ਜਿਹਦਾ ਜਨਮ ਦਿਨ ਹੈ, ਔਰ ਦੁਨੀਆ ਵਿੱਚ ਕੋਈ ਕੌਮ ਨਹੀਂ, ਚਾਹੇ ਈਸਾਈ ਆ, ਚਾਹੇ ਹਿੰਦੂ ਆ, ਚਾਹੇ ਬੋਧੀ ਆ, ਚਾਹੇ ਮੁਸਲਮਾਨ ਆ, ਕਿਸੇ ਕੌਮ ਦਾ ਜਨਮ ਦਿਨ ਨਹੀਂ। ਪਰ ਇੱਕ ਖਾਲਸਾ ਪੰਥ ਐਸਾ ਸਿੱਖ ਕੌਮ ਆ ਜਿਹਦਾ ਜਨਮ ਦਿਨ 1699 ਦੀ ਈਸਵੀ ਜਿਹੜੀ ਆ, ਔਰ ਕਿਸ ਸਥਾਨ 'ਤੇ ਜਨਮ ਹੋਇਆ? ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ। ਉਹ ਖਾਲਸਾ ਪੰਥ ਦਾ ਸਾਰੀ ਕੌਮ ਆਪਣਾ ਜਨਮ ਦਿਨ ਮਨਾਉਂਦੀ ਹੈ। ਦੂਸਰਾ, ਸਿੱਖ ਕੌਮ ਕੋਲ ਇੱਕ ਧਾਰਮਿਕ ਗ੍ਰੰਥ ਇੱਕ ਐਸਾ ਵੱਡਾ ਹੈ ਜਿਹੜਾ ਸੰਸਾਰ ਵਿੱਚ ਜਿਸ ਨੂੰ ਕੇਵਲ ਤੇ ਕੇਵਲ ਗੁਰੂ ਪਦਵੀ ਪ੍ਰਾਪਤ ਹੈ। ਕੋਈ ਹੋਰ ਧਰਮ ਗ੍ਰੰਥ ਨਹੀਂ ਜਿਸ ਨੂੰ ਗੁਰੂ ਪਦਵੀ ਪ੍ਰਾਪਤ ਹੋਵੇ। ਫਿਰ ਉਹਨੇ ਆਰੰਭ ਤੋਂ ਸ਼ੁਰੂ ਕੀਤਾ, ਕਹਿੰਦੇ ਤੁਹਾਡੇ ਵਿੱਚੋਂ ਕਿਸੇ ਨੇ ਸੁਣਿਆ ਹੋਵੇਗਾ ਫੀਥਾਗੋਰਸ ਦਾ ਨਾਮ। ਉਹ ਕਹਿੰਦਾ ਸੀ ਮੈਨੂੰ ਆਕਾਸ਼ਬਾਣੀ ਹੁੰਦੀ ਆ, ਉਹਦੇ ਅਨੁਸਾਰ ਮੈਂ ਚੱਲਦਾ ਅਤੇ ਜੋ ਮੇਰੇ ਨਾਲ ਸੰਬੰਧ ਰੱਖਦੇ ਉਹਨਾਂ ਨੂੰ ਚੱਲਣ ਦਾ ਉਪਦੇਸ਼ ਦਿੰਦਾ। ਪਰ ਉਸ ਨੇ ਆਪਣੇ ਜੀਵਨ ਕਾਲ ਵਿੱਚ ਇੱਕ ਸਤਰ ਵੀ ਨਹੀਂ ਲਿਖੀ ਕਿ ਉਸ ਨੂੰ ਕੀ ਆਕਾਸ਼ਬਾਣੀ ਹੁੰਦੀ ਸੀ ਅਤੇ ਕੀ ਆਕਾਸ਼ਬਾਣੀ ਦੁਆਰਾ ਜੋ ਉਪਦੇਸ਼ ਹੋਇਆ ਉਹ ਆਪਣੇ ਚੇਲਿਆਂ ਨੂੰ ਦੱਸਦਾ ਸੀ। ਔਰ ਉਸ ਤੋਂ ਬਾਅਦ ਫਿਰ ਇੱਕ ਸੁਕਰਾਤ ਵਿੱਚ, ਯੂਨਾਨ ਵਿੱਚ ਸੁਕਰਾਤ ਹੋਇਆ, ਬੜਾ ਧਾਰਮਿਕ ਗੁਰੂ, ਉਹ ਵੀ ਇਹ ਦਾਅਵਾ ਕਰਦਾ ਸੀ। ਪਰ ਉਸ ਨੇ ਵੀ ਆਪਣੇ ਜੀਵਨ ਕਾਲ ਵਿੱਚ ਆਪਣੀ ਇੱਕ ਅੱਖਰ ਸਾਖਰ ਨਾਲ ਨਹੀਂ ਲਿਖਣਾ ਕੀਤਾ।
ਔਰ ਉਹਦੀਆਂ ਸਿਖਾਵਾਂ ਜਿਹੜੀਆਂ ਕੇਵਲ ਉਹਨਾਂ ਦਾ ਚੇਲਾ ਇੱਕ ਅਫਲਾਤੂਨ ਸੀ, ਉਹਦੇ ਰਾਹੀਂ ਜ਼ਬਾਨੀ ਜੋ ਉਸਨੇ ਸੁਣਿਆ, ਲੋਕਾਂ ਨੂੰ ਦੱਸਿਆ ਕਿ ਆਹ ਸਾਡਾ ਸੁਕਰਾਤ ਜੀ ਕਹਿੰਦੇ ਸਨ, ਉਹ ਸੰਸਾਰ ਵਿੱਚ ਸੁਕਰਾਤ ਦਾ ਉਪਦੇਸ਼ ਪ੍ਰਸਿੱਧ ਹੋਇਆ। ਫਿਰ ਉਸ ਨੇ ਕਿਹਾ ਮਸੀਹ ਤੋਂ ਪਹਿਲਾਂ 500 ਸਾਲ ਹਿੰਦੁਸਤਾਨ ਦੇ ਵਿੱਚ ਬੁੱਧ ਜੀ ਹੋਏ ਆ। ਉਹ ਕਹਿੰਦੇ ਸਨ ਮੈਨੂੰ ਬੋਧ ਹੋਇਆ, ਜਿਹਨੂੰ ਆਪਾਂ ਕਹਿੰਦੇ ਬੁੱਧ ਗਾਇਆ। ਬੋਧ ਦਾ ਭਾਵ ਗਿਆਨ। ਉਹ ਪਿੱਪਲ ਵੀ ਦਰਸ਼ਨ ਕੀਤੇ ਆ ਮਹਾਂਪੁਰਖਾਂ ਦੇ ਨਾਲ ਜਦੋਂ ਯਾਤਰਾ ਗਏ ਸਾਂ। ਜਿਸ ਪਿੱਪਲ ਦੇ ਹੇਠਾਂ ਬੈਠ ਕੇ ਮਹਾਤਮਾ ਬੁੱਧ ਨੂੰ ਗਿਆਨ ਹੋਇਆ, ਉਹਨਾਂ ਨੂੰ ਕੀ ਗਿਆਨ ਹੋਇਆ? ਉਹਨਾਂ ਨੇ ਨਾ ਆਪਣੇ ਭਿਕਸ਼ੂਆਂ ਕੋਲੋਂ ਲਿਖਾਇਆ, ਨਾ ਆਪ ਲਿਖਿਆ। ਉਹ ਤਕਰੀਬਨ ਬੁੱਧ ਧਰਮ ਦੇ ਗ੍ਰੰਥ ਜਿਹੜੇ ਆ 300 ਸਾਲ ਬਾਅਦ ਉਹਨਾਂ ਦੀ ਚੇਲਿਆਂ ਦੀ ਸਿਮਰਤੀ ਵਿੱਚ ਜੋ ਸੀ ਉਹ ਉਹਨਾਂ ਨੇ ਸੰਪਾਦਿਤ ਕੀਤੇ ਆ, ਜਿਨ੍ਹਾਂ ਨੂੰ ਬੁੱਧ ਧਰਮ ਦੇ ਗ੍ਰੰਥ ਮੰਨੇ ਜਾਂਦੇ ਆ। ਔਰ ਜੈਨ ਮੁਨੀ ਜੀ ਹੋਏ ਆ। ਜੈਨ ਮੁਨੀ ਜੀ ਦੇ ਜਾਣ ਤੋਂ ਬਾਅਦ 900 ਸਾਲ ਬਾਅਦ ਉਹਨਾਂ ਦੇ ਜੋ ਸਿਧਾਂਤ ਸਨ, ਕਿਵੇਂ ਤਿਆਗ ਕਰਨਾ, ਕਿਵੇਂ ਤਿਆਗੀ ਰਹਿਣਾ, ਇਹ ਸਾਰਾ ਕੁਝ 900 ਸਾਲ ਬਾਅਦ ਲਿਖਿਆ ਗਿਆ। ਕਿੰਨਾ ਕੁ ਵਾਧਾ ਹੋਇਆ, ਕਿੰਨਾ ਕੁ ਘਾਟਾ ਹੋਇਆ, ਕੋਈ ਨਹੀਂ ਜਾਣਦਾ। ਔਰ ਵੇਦਾਂ ਦੀ ਗੱਲ ਕਰਦੇ ਹਾਂ, 2000 ਸਾਲ ਪਹਿਲਾਂ ਇਹ ਉੱਤਰਾਖੰਡ ਦੇ ਵਿੱਚ ਉਚਾਰਨ ਕੀਤੇ ਗਏ ਬ੍ਰਹਮਾ ਨੇ। ਪਰ ਉਸ ਤੋਂ ਬਾਅਦ ਜੋ ਰਿਸ਼ੀਆਂ ਮੁਨੀਆਂ ਦੀ, ਇਸੇ ਕਰਕੇ ਹੀ ਵੇਦਾਂ ਨੂੰ ਸੁਰਤੀਆਂ ਕਿਹਾ ਜਾਂਦਾ। ਸੁਰਤੀ ਦਾ ਭਾਵ ਜੋ ਕੰਨਾਂ ਦੁਆਰਾ ਸੁਣ ਕੇ ਉਪਦੇਸ਼ ਗ੍ਰਹਿਣ ਕੀਤਾ। ਔਰ ਉਹ ਬਿਆਸ ਦਰਿਆ ਦੇ ਕੰਢੇ ਉੱਤੇ ਬੈਠ ਕੇ ਰਿਸ਼ੀ ਵੇਦ ਵਿਆਸ ਨੇ, ਜਿਹਦਾ ਨਾਂ ਪਿਆ, ਉਹ ਸੰਪਾਦਿਤ ਕੀਤੇ ਆ। ਫਿਰ ਉਸਨੇ ਕਹਿਣਾ ਕੀਤਾ ਕਿ ਈਸਾ ਜੀ ਆਏ ਔਰ ਈਸਾ ਜੀ ਕਹਿੰਦੇ ਸਨ ਕਿ ਮੈਂ ਖੁਦਾ ਦਾ ਪੁੱਤਰ ਹਾਂ। ਪਰ ਉਹਨਾਂ ਨੂੰ ਕੀ ਖੁਦਾ ਦਾ ਪੁੱਤਰ ਹੋਣ ਦੇ ਨਾਤੇ ਪ੍ਰਮਾਤਮਾ ਨੇ ਕੀ ਉਪਦੇਸ਼ ਦਿੱਤਾ? ਕੋਈ ਉਹਨਾਂ ਨੇ ਆਪਣੇ ਹੱਥੀਂ ਨਹੀਂ ਲਿਖਿਆ। ਕੇਵਲ ਉਹਨਾਂ ਦੀਆਂ ਜੋ ਸਿੱਖਿਆਵਾਂ ਇੱਕ ਅੰਜੀਰ ਨਾਮੀ ਪੋਥੀ ਦੁਆਰਾ ਸੰਪਾਦਿਤ ਕੀਤੀਆਂ ਗਈਆਂ। ਤਕਰੀਬਨ 14-15 ਵਾਰੀ ਉਸ ਬਾਈਬਲ ਦੇ ਵਿੱਚ ਸੋਧ ਕੀਤੀ ਗਈ ਆ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕੁਰਾਨ ਦੀ ਗੱਲ ਹੈ, ਮੁਹੰਮਦ ਸਾਹਿਬ ਆਏ ਆ। ਔਰ ਜਦੋਂ ਉਹ ਗੁਫਾ ਵਿੱਚ ਬੈਠ ਕੇ ਉਹਨਾਂ ਨੇ 40 ਦਿਨ ਤਪ ਕੀਤਾ, ਅੱਲਾਹ ਤਾਲਾ ਦੀ ਬੰਦਗੀ ਕੀਤੀ ਹੈ, ਉਹ ਆਪਣੇ ਘਰ ਵਾਲੀ ਨੂੰ ਆਣ ਕੇ ਜ਼ਹਰਾ ਸੀ ਸ਼ਾਇਦ ਉਹ ਨਾਮ, ਉਹਨੂੰ ਕਹਿਣ ਲੱਗੇ ਮੇਰੇ ਅੰਦਰੋਂ ਕੋਈ ਬੋਲਣਾ ਚਾਹੁੰਦਾ, 3 ਦਿਨ ਬੁਖਾਰ ਰਿਹਾ। ਉਹ ਕਹਿੰਦੇ ਬੋਲੋ, ਮੈਂ ਲਿਖਾਂਗੀ। ਔਰ ਉਹਨਾਂ ਨੂੰ ਜੋ ਆਇਤਾਂ ਨਾਜ਼ਿਲ ਹੋਈਆਂ ਉਹ ਖਜੂਰ ਦੇ ਪੱਤਿਆਂ ਉੱਤੇ ਅਰਬੀ ਵਿੱਚ ਲਿਖਦੀ ਗਈ। 4 ਦਿਨ ਸਿਲਸਿਲਾ ਚੱਲਦਾ ਰਿਹਾ ਔਰ ਉਸ ਨੇ ਸਵਾਂਭ ਕੇ ਇੱਕ ਕੋਨੇ ਉੱਤੇ ਰੱਖ ਦਿੱਤੀਆਂ। ਪਰ ਦੇਵਨੇਤੇ ਦੇ ਨਾਲ ਐਸਾ ਹੋਇਆ, ਇੱਕ ਦਿਨ ਘਰ ਵਿੱਚ ਬੱਕਰੀ ਰੱਖੀ ਹੋਈ ਸੀ, ਉਸ ਨੇ ਉਹ ਜਿਨ੍ਹਾਂ 'ਤੇ ਆਇਤਾਂ ਲਿਖੀਆਂ ਹੋਈਆਂ ਸਨ, ਉਹ ਸਾਰੀਆਂ ਉਹ ਪੱਤੇ ਜਿਹੜੇ ਸਨ ਉਹ ਬੱਕਰੀ ਖਾ ਗਏ। ਉਹ ਸਾਰਾ ਜਿਹੜਾ ਗਿਆਨ ਸੀ ਜੋ ਉਹਨਾਂ ਨੂੰ ਨਾਜ਼ਿਲ ਹੋਇਆ ਉਹ ਸਾਰਾ ਨਸ਼ਟ ਹੋ ਗਿਆ। ਉਹਨਾਂ ਤੋਂ ਬਾਅਦ ਜੋ ਖਲੀਫੇ ਸਨ, ਜੋ 200 ਸਾਲ ਬਾਅਦ ਉਹਨਾਂ ਨੂੰ ਯਾਦ ਸੀ, ਉਹਦੀ ਮੁੜ ਕੇ ਕੁਰਾਨ ਬਣਾਈ ਗਈ। ਔਰ ਇਹ ਵੀ ਇੰਟਰਨੈਟ ਖੋਲ੍ਹ ਕੇ ਦੇਖ ਸਕਦੇ ਹੋ, ਪੁਰਾਣੀ ਕੁਰਾਨ ਜਿਹੜੀ ਸੀ ਉਸ ਨੂੰ ਸਾਰੀ ਨੂੰ ਜਾਇਆ ਕੀਤਾ ਗਿਆ, ਦਰਿਆ ਵਿੱਚ ਸਿੱਟ ਕੇ ਉਹਦਾ ਨਾਂ ਵੀ ਬਕਾਇਦਾ। ਔਰ ਮੁੜ ਕੇ ਦੁਬਾਰਾ ਕੁਰਾਨ ਫਿਰ ਇਹਨਾਂ ਖਲੀਫਿਆਂ ਨੇ, ਕਾਜ਼ੀਆਂ ਨੇ ਲਿਖਣਾ ਕੀਤੀ ਆ। ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਆ, ਕਹਿੰਦੇ ਕੇਵਲ ਤੇ ਕੇਵਲ ਉਸਨੇ ਉਂਗਲੀ ਕਰਕੇ ਕਹਿਣਾ ਕੀਤਾ ਕਿ ਇੱਕ ਗੁਰੂ ਗ੍ਰੰਥ ਸਾਹਿਬ ਵਾਹਿਦ ਐਸਾ ਹੈ ਜਿਹਦੇ ਵਿੱਚ 1 ਮਿੰਟ ਦਾ ਵੀ ਫਰਕ ਨਹੀਂ ਪਿਆ। ਵਰ੍ਹਿਆਂ ਜਾਂ ਸਾਲਾਂ ਦੀ ਗੱਲ ਤਾਂ ਇੱਕ ਪਾਸੇ ਰਹੀ ਆ, ਇੱਕ ਪਾਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਾ ਰਹੇ ਆ, ਦੂਜੇ ਪਾਸੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖ ਰਹੇ ਆ। ਔਰ ਜੋ ਲਿਖਾ ਰਿਹਾ, ਜੋ ਪ੍ਰਮਾਤਮਾ ਦਾ ਬ੍ਰਹਮ ਗਿਆਨ ਜੋ ਉਹਨਾਂ ਨੂੰ ਨਾਜ਼ਿਲ ਹੋਇਆ, ਜਾਂ ਜੋ ਬ੍ਰਹਮ ਗਿਆਨ ਮਹਾਂਪੁਰਖਾਂ ਦਾ, 15 ਭਗਤਾਂ ਦਾ ਔਰ 11 ਭੱਟਾਂ ਦਾ, 4 ਗੁਰਸਿੱਖਾਂ ਦਾ ਜੋ ਉਹਨਾਂ ਦੇ ਪਾਸ ਸੀ, ਜੋ ਗੁਰਮਤਿ ਦੀ ਕਸਵੱਟੀ ਉੱਤੇ ਪਰਖਿਆ ਗਿਆ, ਉਹਨਾਂ ਨੇ ਉਹ ਆਪਣੀ ਹਾਜ਼ਰੀ ਵਿੱਚ ਲਿਖਾਇਆ। ਲਿਖਾਉਣ ਤੋਂ ਉਪਰੰਤ ਉਸ ਨੂੰ ਆਪ ਪੜ੍ਹਿਆ। ਪੜ੍ਹਨ ਤੋਂ ਉਪਰੰਤ ਜਿੱਥੇ ਕੋਈ ਗਲਤੀ ਸੀ ਉਹਨੂੰ ਕਹਿ ਦਿੱਤਾ ਸੁੱਧ ਕੀਤੇ, ਇਹਨੂੰ ਸੁੱਧ ਕਰ ਦਿੱਤਾ ਜਾਂ ਇਹਨੂੰ ਸੁੱਧ ਕਰ ਦਿਓ, ਲੱਖ ਕੰਨੇ ਦਾ ਫਰਕ। ਫਿਰ ਇਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ 10ਵੇਂ ਪਾਤਸ਼ਾਹ ਜੀ ਨੇ ਸਾਬੋ ਕੀ ਤਲਵੰਡੀ ਜਦੋਂ ਧੀਰ ਮਲੀਆਂ ਨੇ ਆਦ ਬੀਨ ਦੇਣ ਤੋਂ ਨਾ ਕਰ ਦਿੱਤੀ,
ਆਪਣੇ ਕੰਠ ਤੋਂ ਸਾਰੀ ਬਾਣੀ ਉਚਾਰਨ ਕਰਕੇ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਉਚਾਰਨ ਕਰਕੇ ਰਚ ਕੇ ਔਰ ਅੰਕਿਤ ਕਰਕੇ 6 ਗੁਰੂ ਗ੍ਰੰਥ ਸਾਹਿਬਾਂ ਦੀ ਬਾਣੀ ਤੇ ਨਾਲ 15 ਭਗਤਾਂ ਦੀ ਜੋ ਸਾਰੀ ਦੀ ਸਾਰੀ 11 ਭੱਟ ਤੇ 4 ਗੁਰਸਿੱਖਾਂ ਦੀ ਬਾਣੀ ਸਾਰੀ ਮਿਲਾ ਕੇ ਆਪ ਭਾਈ ਮਨੀ ਸਿੰਘ ਜੀ ਦੇ ਦਸਤੇ ਮੁਬਾਰਕ ਦੁਆਰਾ ਲਿਖਵਾਈ ਔਰ ਲਿਖਾਉਣ ਤੋਂ ਬਾਅਦ ਉਹਦਾ ਅਖੰਡ ਪਾਠ ਦੇ ਰੂਪ ਵਿੱਚ ਸਰਵਣ ਕੀਤਾ। ਫਿਰ ਉਹਦੇ ਅਰਥਬੋਧ ਸਾਰੀ ਸੰਗਤ ਨੂੰ ਸਮਝਾਏ ਔਰ ਜਿਨ੍ਹਾਂ ਵਿੱਚੋਂ 2 ਟਕਸਾਲਾਂ ਚੱਲੀਆਂ, ਇੱਕ ਭਾਈ ਮਨੀ ਸਿੰਘ ਜੀ ਦੀ ਟਕਸਾਲ, ਇੱਕ ਬਾਬਾ ਦੀਪ ਸਿੰਘ ਜੀ ਦੀ ਟਕਸਾਲ ਜੋ ਹੁਣ ਤੱਕ ਚੱਲ ਰਹੀਆਂ। ਕੇਵਲ ਤੇ ਕੇਵਲ ਇਹ ਅਸਲੀ ਬ੍ਰਹਮ ਦਾ ਗਿਆਨ ਹੈ ਜਿਹਨੂੰ ਕਹਿ ਸਕਦੇ ਹਾਂ ਕਿ ਆਪਣੀ ਹਾਜ਼ਰੀ ਵਿੱਚ ਉਸ ਸਮੇਂ ਦੇ ਅਵਤਾਰੀ ਪੁਰਸ਼ਾਂ ਨੇ, ਸਤਿਗੁਰਾਂ ਨੇ ਆਪਣੀ ਹਾਜ਼ਰੀ ਵਿੱਚ ਲਿਖਾਇਆ, ਜਿਹਦੇ ਵਿੱਚ ਇੱਕ ਮਿੰਟ ਦਾ ਜਾਂ ਸਕਿੰਟ ਦਾ ਵੀ ਅੰਤਰਾ ਨਹੀਂ ਪਿਆ ਔਰ ਸਦੀਆਂ ਦੀ ਇਹ ਜਿਹੜੀ ਪਰਤਾਂ ਹੇਠ ਕਿੰਨਾ ਵਾਧਾ ਕਿੰਨਾ ਘਾਟਾ ਹੋਇਆ ਕੋਈ ਨਹੀਂ ਕਹਿ ਸਕਦਾ। ਆਪਾਂ ਵੀ ਦੇਖਦੇ ਹਾਂ, ਇੱਕ ਗੱਲ ਕਿਸੇ ਨੂੰ ਕਹੀਏ ਵੀ ਆਹ ਸੁਨੇਹਾ ਕਿਸੇ ਨੂੰ ਜਾ ਕੇ ਦੇ ਦੇ, ਜਦੋਂ ਦੂਜੇ ਨੂੰ ਦਿੰਦਾ ਉਹਦੇ ਵਿੱਚ ਹੋਰ ਤਬਦੀਲੀ ਹੋ ਜਾਂਦੀ, ਕੁਛ ਆਪਣੇ ਕੋਲੋਂ ਰਲ ਜਾਂਦਾ। ਜਦੋਂ ਉਹ ਤੀਜੇ ਨੂੰ ਦਿੰਦਾ ਇਸੇ ਪ੍ਰਕਾਰ ਚੌਥੀ ਪੰਜਵੀਂ ਪੀੜ੍ਹੀ 'ਤੇ ਜਾ ਕੇ ਉਹ ਰੂਪ ਵੀ ਬਦਲ ਜਾਂਦਾ। ਇਸੇ ਪ੍ਰਕਾਰ ਕਿੰਨਾ ਕੁ ਵਾਧਾ ਕਿੰਨਾ ਕੁ ਘਾਟਾ ਹੋਇਆ। ਹੁਣ ਜੇ ਆਪਾਂ ਰਿਗਵੇਦ, ਯਜੁਰਵੇਦ, ਅਥਰਵਣ ਵੇਦ, ਸ਼ਾਮ ਵੇਦ ਇਹਨਾਂ ਦੀਆਂ ਸ਼ਿਖਾਵਾਂ ਲਈਏ, 1100 ਸ਼ਿਖਾਵਾਂ, ਇੱਕ ਦੂਜੇ ਨਾਲ ਨਹੀਂ ਰਲਦਾ, ਦੂਜਾ ਤੀਜੇ ਨਾਲ ਨਹੀਂ ਰਲਦਾ, ਕਿਸੇ ਦੀ 101 ਕਿਸੇ ਦੀਆਂ 50 ਆ ਔਰ ਕਿੰਨੇ ਕੁ ਪੁਰਾਣ ਜਿਹੜੇ ਉਹਨਾਂ ਵਿੱਚ ਕਿੰਨਾ ਕੁ ਵਾਧਾ ਘਾਟਾ ਹੋਇਆ। ਇਹ ਤੁਸੀਂ ਸੰਥਿਆ ਪੋਥੀ ਗੁਰੂ ਗ੍ਰੰਥ ਸਾਹਿਬ ਜੋ ਅਰਥ ਹੈ ਉਹਦੇ ਵਿੱਚ ਪੜ੍ਹ ਸਕਦੇ ਹੋ, ਜਾਂ ਦਾਸ ਨੇ ਜੋ ਪੁਸਤਕ ਲਿਖੀ ਹੈ ਉੱਥੋਂ ਪੜ੍ਹ ਸਕਦੇ ਹੋ ਕਿੰਨਾ ਕੁ ਵਾਧਾ ਘਾਟਾ ਹੋਇਆ। 1700 ਸ਼ਲੋਕ ਗੁੰਮ ਹੋ ਚੁੱਕੇ ਆ ਪਹਿਲਿਆਂ ਨਾਲੋਂ। ਕਹਿਣ ਤੋਂ ਭਾਵ ਇਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਰੱਬੀ ਗਿਆਨ ਹੈ, ਜਿਸ ਨੂੰ ਸਾਰੇ ਸੰਸਾਰ ਵਾਸਤੇ ਸਤਿਗੁਰਾਂ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ 4 ਵਰਨਾ ਕੋ ਸਾਂਝਾ, ਸਾਰੇ ਸੰਸਾਰ ਦੀ ਭਲਾਈ ਵਾਸਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਾਨੂੰ ਪ੍ਰਦਾਨ ਕੀਤਾ ਔਰ ਇਹ ਸਮਾਗਮ ਦਾ ਪਿਛੋਕੜ ਆਪ ਜੀ ਦੇ ਨਾਲ ਸਾਂਝਾ ਕੀਤਾ। ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਮਹਾਨਤਾ ਉਸ ਨੂੰ ਦਰਸਾਇਆ। ਹੁਣ ਤੀਜਾ ਨਾਲ ਜਿਹੜਾ ਆਪਾਂ ਮਹੀਨੇ ਦੀ ਵਿਚਾਰ ਵੀ ਕਰਨੀ ਆ, ਕੇਵਲ 10 ਮਿੰਟ ਹੋਰ ਦਿਓ, ਆਪਾਂ 10 ਮਿੰਟ ਦੇ ਵਿੱਚ ਇਹਦੀ ਵਿਚਾਰ ਕਰ ਲੈਣੀ ਆ, ਤਾਂ ਜੋ ਮੈਨੂੰ ਮਹਿਸੂਸ ਹੋ ਰਿਹਾ ਕੁਝ ਬੀਬੀਆਂ ਉੱਠ ਕੇ ਵੀ ਜਾ ਰਹੀਆਂ, ਠੀਕ ਆ, ਜਲੇਬੀਆਂ ਵੀ ਬਣੀਆਂ ਉਹ ਵੀ ਤੁਸੀਂ ਛਕਣੀਆਂ ਔਰ ਚੱਲ ਰਹੀਆਂ, ਕੜਾ ਪ੍ਰਸ਼ਾਦ ਦੀ ਦੇਗ ਵੀ ਲੈਣੀ ਆ। ਇਹ ਜਿੰਨਾ ਵੀ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਸਾਡਾ ਬਤੀਤ ਹੋ ਰਿਹਾ, ਇਹਨਾਂ ਦਾ ਪਤਾ ਤਦੋਂ ਲੱਗਣਾ ਜਦੋਂ ਆਤਮਾ ਨੇ ਪ੍ਰਭੂ ਦੀ ਦਰਗਾਹ ਵਿੱਚ ਜਾਣਾ। ਸੋ ਗੁਰੂ ਮਹਾਰਾਜ ਇਸ ਮਹੀਨੇ ਵਿੱਚ ਕੀ ਸਾਨੂੰ ਉਪਦੇਸ਼ ਦੇ ਰਹੇ ਆ, ਇਹ ਵੀ ਆਪਾਂ ਘਰਾਂ ਨੂੰ ਲੈ ਕੇ ਜਾਣਾ। ਅਸੂ ਦਾ ਮਹੀਨਾ ਚੜ੍ਹ ਰਿਹਾ, ਉਹਦੇ ਵਿੱਚ ਸਤਿਗੁਰੂ ਕੀ ਉਪਦੇਸ਼ ਕਰ ਰਹੇ ਆ, ਆਪਾਂ ਮਹੰਤ ਜੀ ਦੀ ਰਸਨਾ ਦੁਆਰਾ ਸਰਵਣ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਅਸੁਨ ਪ੍ਰੇਮ ਉਮਾਹੜਾ ਕਿਉ ਮਿਲਿਐ ਹਰ ਜਾਏ। ਅਸਨ ਦਾ ਭਾਵ ਅਸੂ ਮਹੀਨਾ, ਪ੍ਰੇਮ ਦਾ ਭਾਵ ਤੁਸੀਂ ਸਾਰੇ ਸਮਝਦੇ ਪਿਆਰ। ਉਮਾੜਾ ਦਾ ਭਾਵ ਆ ਖਿੱਚ, ਜਿਹਨੂੰ ਆਪਾਂ ਖਿੱਚ ਉਮਾ ਜਿਹਨੂੰ ਕਹਿੰਦੇ ਆ, ਜਿਹਦੇ ਅੰਦਰ ਸਤਿਗੁਰ ਕਹਿੰਦੇ ਅਸੂ ਦੇ ਮਹੀਨੇ ਵਿੱਚ ਖਿੱਚ ਪੈਦਾ ਹੋਣੀ ਚਾਹੀਦੀ ਆ। ਖਿੱਚ ਕਾਹਦੀ ਪੈਦਾ ਹੋਣੀ ਆ? ਖਿੱਚ ਤਾਂ ਸਾਨੂੰ ਮਾਇਆ ਦੀ ਖਿੱਚ ਵੀ ਆ, ਚੰਗੇ ਰੂਪ ਦੀ ਖਿੱਚ ਵੀ ਆ, ਪ੍ਰਭਤਾ ਦੀ ਖਿੱਚ ਵੀ ਆ। ਨਹੀਂ ਤੇ ਆਪਾਂ ਆਪਣੇ ਮੂਲ ਦੇ ਨਾਲ ਕਿਵੇਂ ਮਿਲ ਸਕਦੇ ਹਾਂ? ਆਪਾਂ ਆਪਣੇ ਪ੍ਰਮਾਤਮਾ ਦੇ ਨਾਲ ਕਿਉਂ ਮਿਲੀਏ ਹਰ ਜਾਏ? ਹਰ ਕੌਣ ਹੈ? ਪ੍ਰਮਾਤਮਾ। ਪ੍ਰਮਾਤਮਾ ਦੇ ਨਾਲ ਕਿਵੇਂ ਮਿਲੀਏ? ਸਾਡੇ ਅੰਦਰ ਖਿੱਚ ਪੈਦਾ ਹੋਣੀ ਚਾਹੀਦੀ ਹੈ, ਕਿਉਂਕਿ ਆਪਾਂ ਉਹਦੀ ਅੰਸ਼ ਹੈ। ਆਪਾਂ ਬਾਬਾ ਕਬੀਰ ਜੀ ਨੂੰ ਪੁੱਛੀਏ ਆਪਾਂ ਕੌਣ ਹੈ? ਜਦੋਂ ਧਰਮ ਗ੍ਰੰਥਾਂ ਨੂੰ ਪੜ੍ਹਦੇ ਹਾਂ, ਤਨ ਦਾ ਮੂਲ ਹੈ ਮਨ, ਮਨ ਦਾ ਮੂਲ ਹੈ ਆਤਮਾ, ਆਤਮਾ ਦਾ ਮੂਲ ਹੈ ਪਰਮਾਤਮਾ ਪਰਮੇਸ਼ਰ। ਅਤੇ ਗੁਰਦੇਵ ਜੀ ਨੇ ਬਾਣੀ ਵਿੱਚ ਫਰਮਾਨ ਕੀਤਾ, ਸਾਨੂੰ ਸੰਬੋਧਨ ਕੀਤਾ, ਹੇ ਮਨ ਤੂੰ ਸਰੀਰ ਨਹੀਂ, ਤੂੰ ਕੌਣ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜੇ ਤੂੰ ਆਪਣੇ ਮੂਲ ਦੇ ਨਾਲ ਜੁੜ ਗਿਆ, ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਜਾਵੇਂਗਾ। ਨਾ ਜੇ ਆਪਣੇ ਮੂਲ ਦੇ ਨਾਲ ਜੁੜੇਗਾ ਫਿਰ ਕੀ ਹੋਏਗਾ? ਜਮ ਜਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਬੇ ਦਾ ਧਾਰਨੀ ਬਣਿਆ ਰਹੇਗਾ। ਇੱਕ ਇਸ ਨੂੰ ਸਮਝਣ ਵਾਸਤੇ ਇੱਕ ਛੋਟੀ ਜਿਹੀ ਉਦਾਹਰਣ ਆਪਾਂ ਲੈ ਲਈਏ। ਜਿਵੇਂ ਆਪਾਂ ਦੇਖਦੇ ਹਾਂ ਕੋਈ ਮੇਲਾ ਆ,
ਉਹਦੇ ਵਿੱਚ ਮਾਂ-ਬਾਪ ਦੇ ਨਾਲ ਕੋਈ ਬੱਚਾ ਜਾਂਦਾ, ਬੜਾ ਖੁਸ਼ੀ ਦੇ ਨਾਲ ਮੇਲਾ ਦੇਖਦਾ, ਪਰ ਦੇਵ-ਨੇਤ ਦੇ ਨਾਲ ਬਾਪ ਦੀ ਉਂਗਲ ਛੁੱਟ ਜਾਂਦੀ ਆ, ਰੋਂਦਾ ਘਰਲਾਉਂਦਾ। ਸਿਆਣੇ ਕੀ ਕਰਦੇ ਆ, ਉਹਨੂੰ ਕੋਈ ਖਿਡੌਣਾ ਲੈ ਕੇ ਦਿੰਦਾ, ਕੋਈ ਮਠਿਆਈ ਲੈ ਕੇ ਦਿੰਦਾ, ਕੋਈ ਟੌਫੀ ਲੈ ਕੇ ਦੇ ਦਿੰਦਾ, ਕੋਈ ਚੂਪਾ ਲੈ ਕੇ ਦੇ ਦਿੰਦਾ। ਜੇ ਤਾਂ ਉਹ ਬੱਚਾ ਜਿਹੜਾ ਹੈ ਮਾਂ-ਬਾਪ ਨੂੰ ਭੁੱਲ ਜਾਏ, ਉਹ ਟੌਫੀਆਂ ਵਿੱਚ, ਮਠਿਆਈਆਂ ਵਿੱਚ, ਖਿਡੌਣਿਆਂ ਵਿੱਚ, ਚੂਪਿਆਂ ਵਿੱਚ ਪਰਚ ਜਾਵੇ, ਫਿਰ ਤਾਂ ਉਹ ਮਾਂ-ਬਾਪ ਨੂੰ ਕਦੀ ਮਿਲ ਨਹੀਂ ਸਕਦਾ। ਪਰ ਜੇ ਰੋਵੇ ਕੁਰਲਾਵੇ, ਉਹਨਾਂ ਵੱਲ ਧਿਆਨ ਨਾ ਦੇਵੇ, ਸੋ ਹਿਰਦ ਬੰਦੇ ਕੀ ਕਰਦੇ ਆ, ਉਹਦੀ ਅਨਾਉਂਸਮੈਂਟ ਕਰਾਉਂਦੇ ਆ, ਮੋਢੇ 'ਤੇ ਚੱਕ ਕੇ ਕਦੀ ਉਹਨੂੰ ਦੱਸਦੇ ਵੀ ਆਹ ਕਿਸੇ ਦਾ ਬੱਚਾ ਗਵਾਚ ਗਿਆ, ਪਛਾਣ ਕੇ ਪ੍ਰਾਪਤ ਕਰ ਸਕਦੇ ਹੋ। ਇਸੇ ਪ੍ਰਕਾਰ ਦੀ ਸਾਡੀ ਦਸ਼ਾ ਹੋ ਗਈ ਆ। ਆਪਾਂ ਵੀ ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਪਰਚ ਗਏ ਆ ਕਿ ਕਿਉਂ ਮਿਲੀਏ ਹਰ ਜਾਏ, ਕਿਵੇਂ ਆਪਾਂ ਪਰਮਾਤਮਾ ਦਾ ਨਾਲ ਮਿਲ ਸਕਦੇ ਹਾਂ, ਉਹਨੂੰ ਆਪਾਂ ਭੁੱਲ ਗਏ ਆ। ਪਰ ਗੁਰੂ ਮਹਾਰਾਜ ਜੀ ਦਾ ਕਰਮ ਯਾਦ ਸਾਨੂੰ ਰੋਜ਼ ਕਰਾਉਂਦੇ ਆ। ਕਿਸ ਵਾਸਤੇ ਮਨੁੱਖਾ ਜਨਮ ਮਿਲਿਆ? ਕਿ ਇਸ ਵਾਸਤੇ ਮਿਲਿਆ ਕਿ ਆਪਾਂ ਇਸ ਸੰਸਾਰ ਵਿੱਚ ਜਨਮ ਲਿਆ, ਮਾਤਾ ਪਿਤਾ ਨੇ ਪਰਵਰਿਸ਼ ਕੀਤੀ ਆ, ਆਪਾਂ ਪੜ੍ਹੇ ਆ, ਨੌਕਰੀ ਲਈ ਆ, ਵਿਆਹ ਹੋਇਆ, ਬੱਚੇ ਪਾਏ, ਪੈਦਾ ਹੋਏ ਆ, ਮਕਾਨ ਸੋਹਣਾ ਬਣਾਇਆ, ਚੰਗੀ ਕਾਰ ਲਈ ਆ, ਇਸ ਸੰਸਾਰ ਤੋਂ ਤੁਰ ਗਏ। ਇਹ ਸਾਡੇ ਜੀਵਨ ਦਾ ਮੰਤਵ ਤਾਂ ਨਹੀਂ ਗਾ। ਸਾਡੇ ਜੀਵਨ ਦਾ ਮੰਤਵ ਕੀ ਆ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਰੋਜ਼ ਪੜ੍ਹਦੇ ਭਈ ਪ੍ਰਾਪਤ ਮਾਨੁਖ ਦੀ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤਾ ਨਾ ਕਾਮ, ਮਿਲ ਚਾਹਤ ਸੰਗਤ ਭਜ ਕੇਵਲ ਨਾਮ। ਸਤਿਗੁਰੂ ਗਰੀਬ ਨਿਵਾਜ ਕਹਿੰਦੇ ਮਨ ਦੇ ਵਿੱਚ ਉਮਾ ਖਿੱਚ ਪੈਦਾ ਹੋਣੀ ਚਾਹੀਦੀ ਹੈ ਆਪਣੇ ਮੂਲ ਨੂੰ, ਪਰਮਾਤਮਾ ਨੂੰ ਮਿਲਣ ਦੀ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੇ ਮਾਏ। ਜਿਹਦੇ ਮਨ ਦੇ ਵਿੱਚ ਫਿਰ ਖਿੱਚ ਪੈਦਾ ਹੋ ਜਾਂਦੀ ਆ, ਜਿਵੇਂ ਆਪਾਂ ਦੇਖਦੇ ਆ ਕਿਸੇ ਨੂੰ ਪਿਆਸ ਲੱਗੀ ਹੋਵੇ, ਉਹ ਕਦੀ ਕਿਸੇ ਨੂੰ ਪੁੱਛਦਾ, ਕਦੀ ਕਿਸੇ ਨੂੰ ਪੁੱਛਦਾ, ਇੱਥੇ ਲਾਗੇ ਕੋਈ ਖੂਹ ਹੈ, ਕੋਈ ਨਦੀ ਹੈ, ਕੋਈ ਪਾਣੀ ਹੈ, ਕੋਈ ਨਲਕਾ ਹੈ ਜਿੱਥੋਂ ਮੇਰੀ ਪਿਆਸ ਦੂਰ ਹੋ ਜਾ। ਜੇ ਪਿਆਸ ਹੀ ਨਾ ਲੱਗੀ ਤੇ ਫਿਰ ਕਿਵੇਂ ਉਹ ਖੂਹ ਦੀ ਜਾਂ ਪਾਣੀ ਦੀ ਤਲਾਸ਼ ਕਰੇਗਾ? ਭੁੱਖ ਲੱਗੀ ਹੋਵੇ ਭੋਜਨ ਦੀ ਤਲਾਸ਼ ਕਰਦਾ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਜਿਹਦੇ ਮਨ ਤੇ ਤਨ ਵਿੱਚ ਪ੍ਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਬਣ ਜਾਂਦੀ ਆ, ਤੇ ਉਹ ਪੁਕਾਰ ਕੇ ਕਹਿੰਦਾ ਕੋਈ ਆਣ ਮਿਲਾਵੇ ਮਾਏ, ਕੋਈ ਮੈਨੂੰ ਪ੍ਰਮਾਤਮਾ ਦੇ ਨਾਲ ਜੋੜ ਦੇਵੇ। ਉਹ ਪੁਕਾਰ ਕੇ ਕਹਿੰਦਾ ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ ਦੀਜਾ ਪ੍ਰਾਨ ਅਕੋਰ। ਸੰਤ ਸਹਾਈ ਪ੍ਰੇਮ ਕੇ, ਹਉ ਦਿਨ ਕੈ ਲਾਗਾ ਪਾਏ। ਫਿਰ ਜਦੋਂ ਉਹ ਢੂੰਡ ਪਾਲ ਕਰਦਾ ਫਿਰ ਉਹਨੇ ਕੰਨਾਂ ਸੋ ਪੈ ਜਾਂਦੀ ਆ, ਉਹਨੂੰ ਰਸਤਾ ਵੀ ਮਿਲ ਜਾਂਦਾ। ਉਹ ਦੱਸ ਦਿੰਦੇ ਆ ਗੁਰਮੁਖ ਪਿਆਰੇ ਜਿਹੜੇ ਆ ਤੇ ਇੱਕੋ ਇੱਕ ਹੈ ਸੰਤ। ਸੰਤ ਕਿਸੇ ਭੇਖ ਦਾ ਨਾਂ ਵੀ ਲੰਬਾ ਚੌੜਾ ਪਾ ਲਿਆ, ਜਾਂ ਭਗਵਾਂ ਪਾ ਲਿਆ, ਜਾਂ ਜੜਾਵਾਂ ਰੱਖ ਲਈਆਂ, ਜਾਂ ਸਿਰ ਮੂੰਹ ਬਣਾ ਲਿਆ। ਨਹੀਂ, ਸੰਤ ਕੌਣ ਹੈ? ਜਿਨ੍ਹਾਂ ਸਾਸ ਗਰਾਸ ਨਾ ਬਿਸਰੈ, ਹਰ ਨਾਮਾ ਮਨਮੰਤ, ਧਨ ਸਿਸਈ ਨਾਨਕਾ ਪੂਰਨ ਸੋਈ ਸੰਤ। ਚਾਹੇ ਉਹ ਗ੍ਰਸਤੀ ਆ, ਚਾਹੇ ਉਹ ਕੋ ਅਤੀਤ ਹੈ। ਸਤਿਗੁਰੂ ਕਹਿੰਦੇ ਜੋ ਪ੍ਰਮਾਤਮਾ ਦਾ ਨਾਮ ਸਵਾਸ ਜਵਾ ਜਪਦਾ ਹੈ, ਸਤਿਗੁਰੂ ਕਹਿੰਦੇ ਉਹ ਪ੍ਰਮਾਤਮਾ ਦੇ ਨਾਲ ਤੇਰਾ ਪਿਆਰ ਬਣਾਉਣ ਵਿੱਚ ਸਹਾਈ ਹੋ ਸਕਦੇ ਆ। ਤੂੰ ਉਹਨਾਂ ਦੀ ਸੰਗਤ ਕਰ। ਜਦੋਂ ਤੂੰ ਉਹਨਾਂ ਦੀ ਸੰਗਤ ਕਰੇਗਾ ਤੇ ਫਿਰ ਤੈਨੂੰ ਦੋ ਚੀਜ਼ਾਂ ਦਾ ਲਾਭ ਹੋਏਗਾ। ਉਹ ਲਾਭ ਕੀ ਹੋਏਗਾ? ਇੱਕ ਤਾਂ ਤੇਰਾ ਮਨ ਪਵਿੱਤਰ ਹੋ ਜਾਵੇਗਾ। ਆਪਾਂ ਦੇਖਦੇ ਹਾਂ ਜਦੋਂ ਆਪਾਂ ਕੋਈ ਸਬਜ਼ੀ ਬਣਾਉਂਦੇ ਹਾਂ, ਇੱਥੇ ਘਰੋੜੀ ਲੱਗ ਜਾਂਦੀ ਆ, ਆਪਾਂ ਉਹਨੂੰ ਚੰਗੀ ਤਰ੍ਹਾਂ ਕੂਚੀ ਦੇ ਨਾਲ ਮਾਂਜਦੇ, ਰੇਤਾ ਦੇ ਨਾਲ ਮਾਂਜਦੇ ਆ, ਉਹ ਬਰਤਨ ਸਾਫ਼ ਹੋ ਜਾਂਦਾ। ਤੇ ਸਾਡੇ ਮਨ ਨੂੰ ਵੀ ਜਨਮਾਂ ਜਨਮਾਂਤਾਂ ਦੀ ਇਹ ਮਲੀਨਤਾ ਹੀ ਲੱਗੀ ਹੋਈ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵੀ, ਜੇ ਸੋ ਧੋਣ ਪਾ। ਫਿਰ ਸੰਤ ਸਹਾਈ ਪ੍ਰੇਮ ਕੇ, ਸੰਤਾਂ ਦੀ ਸੰਗਤ ਕਰਨ ਦੇ ਨਾਲ, ਨਾਮੀਆਂ ਦੀ ਸੰਗਤ ਕਰਨ ਦੇ ਨਾਲ ਕੀ ਮਿਲਦਾ? ਮਿਲ ਸੰਤ ਸਭਾ ਮਨ ਮਾਂਜੀਏ ਭਾਈ, ਹਰ ਕਾ ਨਾਮ ਨਿਵਾਸ। ਮਨ ਮਾਂਜਿਆ ਜਾਂਦਾ, ਹਰੀ ਦਾ ਨਾਮ ਹਿਰਦੇ ਵਿੱਚ ਟਿਕ ਜਾਂਦਾ। ਜਗਿਆਸੂ ਦਾ ਕਰਮ ਕੀ ਆ? ਸੰਗਤ ਵਿੱਚ ਆ ਜਾਣਾ। ਬਾਕੀ ਕਰਮ ਗੁਰੂ ਨੇ ਤੇ ਪ੍ਰਮਾਤਮਾ ਨੇ ਕਰਨਾ। ਜਿਨ ਜਿਨ ਸਾਧ ਸੰਗ ਪਾਇਆ, ਸੋ ਪ੍ਰਭ ਆਪ ਧਰਾਇਆ। ਸਾਡਾ ਕਰਮ ਹੈ ਸੰਗਤ ਕਰਨੀ ਤੇ ਪਾਰ ਉਤਾਰਾ ਕਰਨਾ ਪ੍ਰਮਾਤਮਾ ਦਾ ਕੰਮ ਹੈ। ਸਤਿਗੁਰੂ ਗਰੀਬ ਨਿਵਾਜ ਦੂਜਾ ਕਰਮ ਕੀ ਹੁੰਦਾ? ਤਿਨਾ ਦੇਖ ਮਨ ਚਾਓ, ਠੰਡਾ ਹੋ ਕਦ ਪਾਈ ਗੁਣਤਾਸਾ। ਉਹਨਾਂ ਜੁੜੀਆਂ ਹੋਈਆਂ ਆਤਮਾ ਨੂੰ ਦੇਖ ਕੇ ਮਨ ਵਿੱਚ ਉਤਸ਼ਾਹ ਪੈਦਾ ਹੁੰਦਾ ਕਿ ਅਸੀਂ ਵੀ ਇਸ ਪਾਸੇ ਲੱਗੀਏ, ਤਾਂ ਜੋ ਸਾਨੂੰ ਵੀ ਸੁੱਖ ਤੇ ਸ਼ਾਂਤੀ ਮਿਲ ਜਾਏ ਤੇ ਅਸੀਂ ਵੀ
ਆਪਣੇ ਮੂਲ ਦੇ ਨਾਲ ਜੁੜ ਜਾਈਏ। ਬਿਨ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਸੰਸਾਰ ਵਿੱਚ ਦੇਖਦੇ ਹਾਂ ਆਪਾਂ ਸਾਰੇ, ਹਰ ਮਨੁੱਖ ਕਦੀ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਏ ਆ, ਕਦੀ ਕਿਸੇ ਨੇ ਦੁੱਖ ਮੰਗਿਆ ਕਿ ਇਹ ਪ੍ਰਮਾਤਮਾ, ਇਹ ਗੁਰੂ ਗ੍ਰੰਥ ਸਾਹਿਬ ਮੈਨੂੰ ਦੁੱਖ ਦੀ ਦਾਤ ਦੇ? ਨਹੀਂ, ਸਾਰੇ ਆਪਾਂ ਸੁੱਖ ਮੰਗਦੇ ਹਾਂ ਔਰ ਸੁੱਖ ਮੰਗਦੇ ਹਾਂ, ਪਰ ਸੁੱਖ ਜਿਨ੍ਹਾਂ ਚੀਜ਼ਾਂ ਵਿੱਚੋਂ ਮੰਗਦੇ ਹਾਂ ਉਹਨਾਂ ਵਿੱਚੋਂ ਸੁੱਖ ਪ੍ਰਾਪਤ ਨਹੀਂ ਹੁੰਦਾ। ਉਹਨਾਂ ਵਿੱਚੋਂ ਮਿਲਦਾ ਕੀ ਆ? ਦੁੱਖੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਕਿਹਨਾਂ ਚੀਜ਼ਾਂ ਵਿੱਚੋਂ ਸੁੱਖ ਮੰਗਦੇ ਹਾਂ? ਧਨ ਪਦਾਰਥ ਵਿੱਚੋਂ ਸੁੱਖ ਮੰਗਦੇ ਹਾਂ, ਅੱਖਾਂ ਦੇ ਨਾਲ ਵੇਖ ਕੇ ਸੁੱਖ ਤ੍ਰਿਪਤ ਹੋਣਾ ਚਾਹੁੰਦੇ ਹਾਂ, ਰਾਜ ਭਾਗ ਦੀ ਪ੍ਰਾਪਤੀ ਕਰਕੇ ਸੁਖੀ ਹੋਣਾ ਚਾਹੁੰਦੇ ਹਾਂ। ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ, ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ। ਜੇ ਸੁਖੀ ਹੋਣਾ ਤੇ ਸਤਿਗੁਰੂ ਕਹਿੰਦੇ ਕੀ ਕਰੋ? ਸਰਬ ਸੁਖਾ ਹਰ ਹਰ ਗੁਣ ਗਾਏ। ਇੱਕ ਸੁੱਖ ਨਹੀਂ, ਦੋ ਸੁੱਖ ਨਹੀਂ, ਲੋਕ ਪਰਲੋਕ ਦੇ ਸੁੱਖ ਤੁਹਾਨੂੰ ਪ੍ਰਾਪਤ ਹੋ ਜਾਣਗੇ ਜੇ ਹਰੀ ਦੇ ਗੁਣ ਗਾਓਗੇ। ਸੁਖਮਨੀ ਸਾਹਿਬ ਦਾ ਆਰੰਭ ਵੀ ਇੱਥੋਂ ਸਤਿਗੁਰੂ ਕਹਿੰਦੇ ਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾ। ਕਿਉਂਕਿ ਸੁੱਖਾਂ ਦਾ ਦਾਤਾ ਜਿਹੜਾ ਹੈ ਉਹਦੇ ਕੋਲੋਂ ਜਾ ਕੇ ਹੀ ਸੁੱਖ ਪ੍ਰਾਪਤ ਹੋ ਸਕਦੇ ਆ। ਔਰ ਜੇ ਆਪਾਂ ਸਤਿਗੁਰੂ ਨੂੰ ਛੱਡ ਕੇ ਹੋਰ ਕਿਤੋਂ ਸੁੱਖ ਮੰਗਾਂਗੇ, ਉਹ ਸੁੱਖ ਪ੍ਰਾਪਤ ਨਹੀਂ ਹੋ ਸਕਦਾ, ਕਿਉਂਕਿ ਉਹ ਸੁੱਖ ਉਹਦੇ ਕੋਲ ਹੈ ਹੀ ਨਹੀਂ। ਜੇ ਆਪਾਂ ਪੰਸਾਰੀ ਦੀ ਦੁਕਾਨ ਉੱਤੇ ਜਾ ਕੇ ਸੋਨਾ ਮੰਗਣ ਲੱਗ ਜਾਈਏ, ਕਿਵੇਂ ਦੇ ਸਕਦਾ? ਉਹ ਦਾਲ ਦੇ ਸਕਦਾ ਹੈ, ਬੜੇਵੇਂ ਦੇ ਸਕਦਾ ਹੈ, ਖਲ ਦੇ ਸਕਦਾ ਹੈ, ਤੇਲ ਦੇ ਸਕਦਾ ਹੈ, ਲੂਣ ਦੇ ਸਕਦਾ ਹੈ, ਜਿਹੜੀ ਚੀਜ਼ ਉਹਦੇ ਕੋਲ ਆ। ਪਰ ਜੇ ਸੋਨਾ ਲੈਣਾ ਫਿਰ ਸਰਾਫ ਦੀ ਦੁਕਾਨ 'ਤੇ ਜਾਣਾ ਪਏਗਾ। ਸਤਿਗੁਰੂ ਕਹਿੰਦੇ ਇਸ ਕਰਕੇ ਕੀ ਕਰ, ਤੂੰ ਗੁਰੂ ਦੀ ਸ਼ਰਨ ਵਿੱਚ ਪੈ ਜਾ। ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਪੈ ਜਾਵੇਗਾ, ਉਹ ਫਿਰ ਸਤ ਸੁਹਾਣ ਸਦਾ ਮਨ ਚਾਉ ਦਾ ਮਾਲਕ ਹੈ, ਜਿਹਨੂੰ ਸਤਯੰ ਸ਼ਿਵੰ ਤੇ ਸੁੰਦਰਮ ਕਹਿਣਾ ਕੀਤਾ। ਔਰ ਤੂੰ ਵੀ ਸਤ ਚਿਤ ਆਨੰਦ ਬਣ ਜਾਵੇਂਗਾ। ਜਿਨੀ ਝਾਕਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਜਿਨ੍ਹਾਂ ਨੂੰ ਸੰਗਤ ਕਰਨ ਦੇ ਨਾਲ ਔਰ ਸੰਗਤ ਕਰਨ ਦੇ ਨਾਲ, ਤੇ ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਾਂ, ਪੜ੍ਹਨ ਦੇ ਨਾਲ ਕੀ ਮਿਲਦਾ? ਮਨ ਵਿੱਚ ਪ੍ਰਭੂ ਨੂੰ ਮਿਲਣ ਵਾਸਤੇ ਕਿਉਂ ਮਿਲੀਏ ਹਰ ਜਾਏ। ਮਨ ਵਿੱਚ ਚਾਉ ਪੈਦਾ ਹੁੰਦਾ ਤੇ ਖਿੱਚ ਪੈਦਾ ਹੁੰਦੀ ਹੈ। ਜਦੋਂ ਖਿੱਚ ਪੈਦਾ ਹੁੰਦੀ ਹੈ, ਖਿੱਚ ਤੋਂ ਵਿਰਾਗ ਮਿਲਦਾ। ਔਰ ਬਾਬਾ ਕਬੀਰ ਜੀ ਨੇ ਵਿਰਾਗ ਨੂੰ ਬਹੁਤ ਉੱਤਮ ਕਹਿਣਾ ਕੀਤਾ, ਫਰੀਦਾ ਬਿਰਹਾ ਬਿਰਹਾ ਆਖੀਆ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹਾ ਨ ਉਪਜੈ, ਸੋ ਤਨ ਜਾਣ ਮਸਾਨ। ਕਿ ਤੂੰ ਸਿਵਿਆਂ ਦੀ ਨਿਆਣੀ ਆ, ਜਿਹਦੇ ਹਿਰਦੇ ਵਿੱਚ ਪਰਮਾਤਮਾ ਨੂੰ ਮਿਲਣ ਵਾਸਤੇ ਬਿਰਹੋਂ ਪੈਦਾ ਨਹੀਂ ਹੁੰਦਾ। ਬਿਰਹੋਂ ਤੋਂ ਗਾਂਹ ਫੇ ਪਿਆਰ ਪੈਦਾ ਹੁੰਦਾ, ਪਿਆਰ ਤੋਂ ਪਰਮਾਤਮਾ ਦਾ ਮਿਲਾਪ ਪੈਦਾ ਹੁੰਦਾ। ਆਪਾਂ ਕਹਿੰਦੇ ਸਾਚ ਕਹੋਂ ਸੁਣ ਲਿਓ ਸਭੈ, ਕਲਗੀਧਰ ਪਾਤਸ਼ਾਹ ਜੀ ਦਾ ਬਚਨ, ਸਾਚ ਕਹੋਂ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੂੰ ਇਹ ਪ੍ਰੇਮ ਦਾ ਰਸ ਆ ਜਾਂਦਾ, ਉਹ ਥਾਂ ਵੇ ਪੁਕਾਰ ਕੇ ਕਹਿ ਦਿੰਦੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਪਰਮਾਤਮਾ ਤੁਹਾਡੇ ਨਾਮ ਦੇ ਨਾਲ ਸਾਨੂੰ ਪ੍ਰੀਤੀ ਚਾਹੀਦੀ ਆ, ਬਸ ਨਾ ਸਾਨੂੰ ਰਾਜ ਚਾਹੀਦਾ, ਨਾ ਸਾਨੂੰ ਮੁਕਤੀ ਚਾਹੀਦੀ ਆ। ਉਹ ਤਾਂ ਮੁਕਤ ਬਪਰੀ ਵੀ ਗਿਆਨੀ ਤਿਆਗੇ, ਉਹ ਤਾਂ ਇਹਨੂੰ ਮੁਕਤੀ ਨੂੰ ਠੁਕਰਾ ਦਿੰਦੇ ਆ, ਰਾਜ ਸਿੰਘਾਸਨ ਨੂੰ ਵੀ ਲੱਤ ਮਾਰ ਦਿੰਦੇ ਆ। ਆਪ ਤਿਆਗ ਬੇਨਤੀ ਕਰਹਿ, ਲਿਹੋ ਪ੍ਰਭੂ ਲੜ ਲਾਏ। ਬਸ ਉਹਨਾਂ ਦੇ ਮਨ ਵਿੱਚ ਇੱਕੋ ਇੱਕ ਖਿੱਚ ਹੈ, ਆਪਾ ਭਾਵ ਤਿਆਗ ਕਰਕੇ ਹਮੇਸ਼ਾ ਪ੍ਰਭੂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦੇ ਆ, ਦਾਤਾ ਜੇ ਤੂੰ ਹੁਣ ਸਾਨੂੰ ਆਪਣੇ ਲੜ ਲਾਉਣਾ ਕੀਤਾ ਤੇ ਸਾਨੂੰ ਹਮੇਸ਼ਾ ਵਾਸਤੇ ਆਪਣੇ ਲੜ ਲਾਈ ਰੱਖਿਓ। ਔਰ ਅਰਦਾਸ ਕਰਦੇ ਆ, ਦਾਤਾ ਸਗਲ ਦਵਾਰ ਕੋ ਛੱਡ ਗਿਆ, ਗਇਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਉਹ ਪੁਕਾਰ ਕੇ ਕਹਿ ਦਿੰਦੇ, ਦਾਤਾ ਕਿਸ ਹੀ ਕੋਈ ਕੋਏ, ਮੰਝ ਨਿਮਾਣੀ ਹਿੱਕ ਤੂੰ। ਦਾਤਾ ਕਿਸ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਆਸਰਾ, ਪਰ ਮੈਨੂੰ ਤਾਂ ਤੇਰਾ ਹੀ ਆਸਰਾ ਹੈ। ਉਹ ਪੁਕਾਰ ਕੇ ਕਹਿ ਦਿੰਦੇ, ਦਾਤਾ ਕਿਸੀ ਧੜਾ ਕੀਆ, ਮਿੱਤਰ ਸੁਤ ਨਾਲ ਭਾਈ, ਕਿਸੀ ਧੜਾ ਕੀਆ ਸਰਦਾਰ ਚੌਧਰੀ ਨਾਲ ਆਪਣੇ ਸਵਾਈ, ਕਿਸੀ ਧੜਾ ਕੀਆ ਸਰਦਾਰ, ਕਿਸੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਪਰ ਹਮਾਰਾ ਧੜਾ ਹਰ ਰਿਹਾ ਸਮਾਈ। ਦਾਤਾ ਮੈਨੂੰ ਤਾਂ ਤੇਰਾ ਹੀ ਆਸਰਾ ਹੈ, ਤੂੰ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ, ਤੇ ਇਸੇ ਪ੍ਰਕਾਰ ਜੋੜੀ ਰੱਖੀ, ਮੈਨੂੰ ਵਿਛੋੜੀ ਨਾ। ਜੋ ਹਰ ਕੰਤ ਮਿਲਾਈਆ, ਸੇ ਵਿਛੜ ਕਤਹਿ ਨਾ ਜਾਏ। ਸਤਿਗੁਰੂ ਕਹਿੰਦੇ ਇੱਕ ਫੇ ਇਹ ਵੀ ਰੀਤ ਹੈ ਪ੍ਰਮਾਤਮਾ ਦੀ,
ਜਿਹਨੂੰ ਪ੍ਰਮਾਤਮਾ ਇੱਕ ਵਾਰੀ ਆਪਣਾ ਬਣਾ ਲੈਂਦਾ ਉਹਨੂੰ ਫਿਰ ਕਦੀ ਵਿਛੋੜਦਾ ਨਹੀਂ। ਸਾਹਿਬਾਂ ਦਾ ਵਚਨ ਹੈ, ਸਖੀ ਬਸ ਆਇਆ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਸਾਖੀ ਆਉਂਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ। ਭਾਈ ਜੋਗਾ ਜੀ ਪਿਸ਼ਾਵਰ ਤੋਂ ਆਏ ਆ, ਪਰਿਵਾਰ ਸਾਹਿਬ ਪੁੱਛਿਆ ਤੇਰਾ ਨਾਂ ਕੀ ਆ? ਕਹਿੰਦੇ ਜੋਗਾ। ਕਹਿੰਦੇ ਕਿਹਦੇ ਜੋਗਾ? ਚੰਗੇ ਕਰਮ ਸਨ। ਕਹਿ ਦਿੱਤਾ ਪਾਤਸ਼ਾਹ ਤੁਹਾਡੇ ਜੋਗਾ। ਕਹਿੰਦੇ ਜੇ ਤੂੰ ਸਾਡੇ ਜੋਗਾ ਤੇ ਅੱਜ ਤੋਂ ਗੁਰੂ ਤੇਰੇ ਜੋਗਾ। ਤੇ ਆਪਾਂ ਫਿਰ ਜਾਣਦੇ ਹਾਂ ਆਪਣੇ ਹੁਸ਼ਿਆਰਪੁਰ ਸਾਹਿਬ ਭਾਈ ਜੋਗਾ ਸਿੰਘ ਜੀ ਦਾ ਗੁਰਦੁਆਰਾ ਡੋਲਣ ਲੱਗਾ, ਬੇਸਵਾ ਦੇ ਦੁਆਰੇ ਜਾਣ ਲੱਗਾ। ਗੁਰੂ ਨੇ ਆਪ ਪਹਿਰਾ ਦੇ ਕੇ ਉਸ ਨੂੰ ਨਿਮਖ ਕਾਮ ਸਵਾਦ ਕਾਰਨ ਕੋੜ ਦਿਨ ਦੁੱਖ ਪਾਵੇ ਦੀ ਜੋ ਸਜ਼ਾ ਮਿਲਣੀ ਸੀ ਉਸ ਤੋਂ ਬਚਾ ਲਿਆ। ਸਤਿਗੁਰੂ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਨਾਲ ਗੁਰੂ ਦੇ ਨਾਲ ਜੁੜ ਜਾਂਦਾ, ਗੁਰੂ ਉਹਨਾਂ ਦੀ ਬਾਂਹ ਫੜ ਲੈਂਦਾ। ਜਿਵੇਂ ਆਪਾਂ ਪੜ੍ਹਦੇ ਹਾਂ, ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜਾ ਬਾਂਹ ਨਾ ਛੋੜੀਏ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿ ਦਿੱਤਾ ਸੀ, ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਸਾਡਾ ਗੁਰੂ ਤੇਗ ਬਹਾਦਰ ਸਾਹਿਬ ਆ, ਜੇ ਤੁਸੀਂ ਉਹਨਾਂ ਨੂੰ ਆਪਣਾ ਇਸਲਾਮ ਵਿੱਚ ਲੈ ਆਓ ਅਸੀਂ ਆਪਣੇ ਆਪ ਬਣ ਜਾਵਾਂਗੇ। ਪਰ ਹੋਇਆ ਕਿ ਸੀਸ ਦਿਆ ਪਰ ਸਿਰ ਨਾ ਦਿਆ। ਦਿੱਤਾ ਹੋਇਆ ਬਚਨ ਪੁਗਾ ਦਿੱਤਾ, ਸਿਰ ਦੇ ਦਿੱਤਾ, ਪਰ ਦਿੱਤਾ ਹੋਇਆ ਬਚਨ ਪਿੱਛੇ ਨਹੀਂ ਪੈਣ ਦਿੱਤਾ। ਕਿਉਂਕਿ ਸੂਰਬੀਰ ਬਚਨ ਕੀ ਬਲੀ, ਉਹ ਬਚਨ ਦੇ ਬਲੀ ਹੋ ਜਾਂਦੇ ਆ। ਉਹ ਫਿਰ ਜਿਹੜੇ ਬਚਨ ਦੇ ਬਲੀ ਹੋ ਜਾਂਦੇ ਆ, ਪਰਮਾਤਮਾ ਉਹਨਾਂ ਦਾ ਅੰਗ ਪਾਲਦਾ ਹੈ। ਪ੍ਰਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨਾਏ। ਤਾਂ ਤੇ ਉਹ ਹਮੇਸ਼ਾ ਪ੍ਰਭੂ ਦੀ ਸ਼ਰਨ ਵਿੱਚ ਰਹਿੰਦੇ ਆ, ਔਰ ਕਿਸੇ ਜਣੇ ਖਣੇ ਦੀ ਸ਼ਰਨ ਨਹੀਂ ਜਾਂਦੇ। ਨਾ ਉਹ ਕਬਰਾਂ 'ਤੇ ਜਾਂਦੇ ਆ, ਨਾ ਦੇਵੀ ਦੇਵਤੇ ਜੋ ਕਿਰਤ ਆ ਉਹਨਾਂ ਨੂੰ ਮੰਨਦੇ ਆ, ਨਾ ਦੇਹ ਧਾਰੀਆਂ ਦੇ ਜਾ ਕੇ ਮੱਥਾ ਪੈਰਾਂ ਵਿੱਚ ਟੇਕਦੇ ਆ। ਉਹ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦੇ ਆ ਤੇ ਉਹ ਹਮੇਸ਼ਾ ਪ੍ਰਮਾਤਮਾ ਦੀ ਸ਼ਰਨ ਵਿੱਚ ਰਹਿ ਕੇ ਪੁਕਾਰਦੇ, ਦਾਤਾ ਅਬ ਹਮ ਚਰਣੀ ਚੱਲੀ ਠਾਕਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤਰਾਈ ਉਪਮਾ ਤੇ ਬਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਜੋ ਆਵਤ ਸ਼ਰਨ ਠਾਕਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ, ਜਨ ਨਾਨਕ ਸ਼ਰਨ ਤੁਮਾਰੀ ਹਰ ਜਿਓ ਰਾਖੋ ਲਾਜ ਮਰਾਰ। ਜਦੋਂ ਇਸ ਪ੍ਰਕਾਰ ਦੀ ਬਿਰਤੀ ਬਣਾ ਕੇ ਕੋਈ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਵੇ, ਗੁਰੂ ਵੀ ਘੱਟ ਨਹੀਂ ਕਰਦਾ। ਗੁਰੂ ਕੀ ਕਰਦਾ? ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਉਹ ਫਿਰ ਗੁਰੂ ਉਹਨੂੰ ਆਪਣਾ ਬਣਾ ਲੈਂਦਾ। ਉਹਦਾ ਜੀਵਨ ਕਿਹੋ ਜਿਹਾ ਬਣ ਜਾਂਦਾ? ਊਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰ ਜਾਮੀ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਬਰਤੰਤਾ। ਉਹਦਾ ਜੀਵਨ ਬਣ ਜਾਂਦਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਦੋਂ ਗੁਰੂ ਗੁਰਮੰਤਰ ਦੀ ਦਾਤ ਦੇ ਕੇ ਦ੍ਰਿੜ ਕਰਵਾ ਦਿੰਦਾ, ਫਿਰ ਇਹ ਦਾਤਾਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ। ਅਸੋ ਸੁਖੀ ਵਸੰਦੀਆਂ, ਜਿਨਾ ਮਇਆ ਹਰਿ ਰਾਏ। ਮਇਆ ਕਹਿੰਦੇ ਆ ਕਿਰਪਾ ਨੂੰ। ਆ ਜੋ ਕੁਛ ਵੀ ਆਪਾਂ ਕਰਦੇ ਆ, ਨਿਤਨੇਮ ਕਰਦੇ ਆ, ਅੰਮ੍ਰਿਤ ਛਕਦੇ ਆ, ਸੰਗਤ ਕਰਦੇ ਆ, ਔਰ ਕੀਰਤਨ ਸੁਣਦੇ ਆ, ਸੁਖਮਨੀ ਸਾਹਿਬ ਦਾ ਪਾਠ ਕਰਦੇ ਆ, ਜੋ ਵੀ ਆਪਾਂ ਕਰਦੇ ਆ ਕਿਉਂ ਕਰਦੇ ਆ? ਸਾਡੇ 'ਤੇ ਗੁਰੂ ਦੀ ਰਹਿਮਤ ਹੋ ਜਾਂਦੀ, ਗੁਰੂ ਦੀ ਕਿਰਪਾ ਹੋ ਜਾ। ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਆ, ਫਿਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਗੁਰੂ ਫਿਰ ਉਸ ਨੂੰ ਆਪਣੇ ਸਰੂਪ ਵਿੱਚ ਅਭੇਦਤਾ ਪ੍ਰਦਾਨ ਕਰ ਦਿੰਦਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹ ਫਿਰ ਪਰਮਾਤਮਾ ਦਾ ਰੂਪ ਵੀ ਬਣ ਜਾਂਦਾ। ਪਰ ਕੌਣ? ਜੋ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ। ਗੁਰੂ ਦੀ ਕਿਰਪਾ ਦਾ ਪਾਤਰ ਕੌਣ ਬਣਦਾ? ਜੋ ਗੁਰੂ ਦੇ ਹੁਕਮ ਅਨੁਸਾਰ ਚੱਲਦਾ। ਗੁਰ ਕਹਿਆ ਸਾਕਾਰ ਕਮਾਉ ਦਾ ਧਾਰਨੀ ਬਣਦਾ। ਜੋ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਾਲੀ ਨੂੰ ਆਪਣਾ ਜੀਵਨ ਆਧਾਰ ਬਣਾ ਲੈਂਦਾ। ਉਹ ਫਿਰ ਇਹਨਾਂ ਕਿਰਪਾ ਦਾ ਪਾਤਰ ਬਣ ਕੇ ਆਪਣਾ ਜੀਵਨ ਸਫਲਾ ਕਰ ਲੈਂਦਾ। ਸੋ ਸਮਾਂ ਤਾਂ ਜ਼ਰੂਰ ਵਧੇਕ ਹੋ ਗਿਆ ਹੋਵੇਗਾ, ਪਰ ਅੱਜ 3 ਸਮਾਗਮ ਸਨ, ਉਹਨਾਂ ਪ੍ਰਥਾਏ ਆਪਾਂ ਥੋੜ੍ਹੀ ਵਿਚਾਰ ਕੀਤੀ ਹੈ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ। ਸਤਿਗੁਰਾਂ ਨੇ ਕੀ ਉਪਦੇਸ਼ ਕੀਤਾ ਹੈ ਜੀ? ਪ੍ਰਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨਾਏ।
असो सुखी वसंदियाँ जिना मया हर राए। वाहिगुरु जी का खालसा वाहिगुरु जी की फतेह।